Hello everyone, good evening. Good evening everyone. Let's begin. ਮੈਨੂੰ ਤੁਸੀਂ ਦੱਸ ਸਕਦੇ ਹੋ ਕੌਣ-ਕੌਣ ਹੋ ਕਲਾਸ ਦੇ ਵਿੱਚ? ਓਕੇ ਸੋ ਲੈਟਸ ਬਿਗਿਨ। ਆਪਾਂ ਸ਼ੁਰੂ ਕਰਦੇ ਹਾਂ ਕਲਾਸ, ਠੀਕ ਹੈ। ਐਂਡ ਅੱਜ ਆਪਾਂ ਡਿਸਕਸ ਕਰਨੇ ਹੈ ਪ੍ਰੈਪੋਜੀਸ਼ਨਸ ਤੇ ਡੇ 1 ਹੈ ਓਬਵੀਅਸਲੀ। ਐਂਡ ਇਸ ਦੇ ਇਹਦੇ ਐਂਡ ਦੇ ਵਿੱਚ ਆਪਾਂ ਕਰਾਂਗੇ ਵਨ ਵਰਡ ਸਬਸਟੀਟਿਊਸ਼ਨ, ਜੋ ਕਿ ਆਪਣੇ ਸਾਈਡ ਬਾਈ ਸਾਈਡ ਚੱਲ ਵੀ ਰਹੇ ਆ। ਜੋ ਵੋਕੈਬਲਰੀ ਰਹੂਗੀ, ਜੋ ਐਂਟੋਨਿਮ ਸਿਨੋਨਿਮਸ ਨੇ, ਉਹ ਬੇਸਿਕ ਟੂ ਐਡਵਾਂਸ ਵਾਲੇ ਕੋਰਸਿਸ 'ਚ ਆਲਰੇਡੀ ਚੱਲ ਰਹੀ ਹੈ। ਐਂਡ ਇਫ ਯੂ ਵਿਸ਼ ਟੂ ਜੁਆਇਨ ਦ ਬੈਚਸ, ਕਰੰਟ ਕੋਰਸਿਸ ਚੱਲ ਰਹੇ ਨੇ। PSSB ਦੇ ਕਾਫੀ ਸਾਰੇ ਐਗਜ਼ਾਮਸ ਆਊਟ ਹੋ ਚੁੱਕੇ ਆ ਐਂਡ ਯੂ ਨੋ ਦੈਟ ਹਾਊ ਇੰਪੋਰਟੈਂਟ ਇਜ਼ ਇੰਗਲਿਸ਼। ਹੈਲੋ ਹੈਲੋ ਦਿਕਸ਼ਾ, ਹੈਲੋ। ਕੀ ਪੜ੍ਹਨ ਵਾਲੇ ਹਾਂ ਜੀ ਅੱਜ ਆਪਾਂ? ਅੱਜ ਪ੍ਰੈਪੋਜੀਸ਼ਨ ਪੜ੍ਹ ਰਹੇ ਹਾਂ ਫॉर श्योर। हेलो मिस राठौड़, I don't know your name. So let's begin with the session. ਪਹਿਲਾਂ ਆਪਾਂ motivation ਦੇ ਵੱਲ ਚੱਲਦੇ ਹਾਂ। Push yourself, no one else is going to do it for you. That's a good one, obviously. ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਆਪਾਂ ਨੂੰ ਕੋਈ ਬਾਹਰੋਂ ਆ ਕੇ ਹੈਲਪ ਕਰੂਗਾ, ਕੋਈ ਇੱਕ ਸਿਚੁਏਸ਼ਨ ਦੇ ਵਿੱਚ ਉਹ ਪਰਸਨ ਆਪਣੇ ਨਾਲ ਖੜ ਜਾਊਗਾ, ਜਾਂ ਫਿਰ ਕਦੇ ਕਦੇ ਆਪਣੀ ਲਿਮਿਟੇਸ਼ਨਸ ਆਪਾਂ ਖੁਦ ਜਿਹੜੀ ਸੈੱਟ ਕਰ ਲੈਂਦੇ ਆ, ਆਪਾਂ ਓਨਾ ਹੀ ਕਰ ਪਾਵਾਂਗੇ, ਇਸ ਤੋਂ ਵੱਧ ਨਹੀਂ ਕਰ ਪਾਵਾਂਗੇ, ਹੈ ਨਾ। ਤਾਂ ਇਹਨਾਂ ਚੀਜ਼ਾਂ ਲਈ, ਇਹਨਾਂ ਚੀਜ਼ਾਂ ਨੂੰ ਠੀਕ ਕਰਨ ਲਈ ਵੀ ਨੀਡ ਟੂ ਪੁਸ਼ ਆਵਰਸੈਲਫ। ਹੋਰ ਕੋਈ ਵੀ ਆਪਾਂ ਨੂੰ ਉੱਥੇ ਹੈਲਪ ਕਰਨ ਲਈ ਨਹੀਂ ਆਉਣ ਵਾਲਾ ਹੈ। ਯੂ ਨੀਡ ਟੂ ਨੋ ਦਿਸ ਫॉर श्योर। ਮਹਾਰਾਜਾ ਰਣਜੀਤ ਸਿੰਘ, ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਤੋਂ। ਓਕੇ ਮਨਵਿੰਦਰ। Oh yeah, I remember Sonia. Yes, I know you. So with this motivation, let's begin the class. ਆਪਾਂ ਸ਼ੁਰੂ ਕਰਦੇ ਹਾਂ। And we have this particular app ਜਿਸ ਦੇ ਉੱਤੇ ਤੁਸੀਂ ਕੋਰਸਿਸ ਤੋਂ ਪੜ੍ਹ ਸਕਦੇ ਹੋ। different courses we have, right? And ਇਹਨਾਂ ਦੇ ਵਿੱਚ ਤੁਸੀਂ ਅਲੱਗ-ਅਲੱਗ ਐਗਜ਼ਾਮਸ ਨੂੰ ਵੀ ਟਾਰਗੇਟ ਕਰ ਸਕਦੇ ਹੋ। ਇਫ ਯੂ ਆਰ ਗੋਇੰਗ ਫॉर PTI, ਇਫ ਯੂ ਆਰ ਗੋਇੰਗ ਫॉर NTT, ਠੀਕ ਹੈ, PS TET, ਬਹੁਤ ਸਾਰੇ ਐਗਜ਼ਾਮਸ ਆਲਰੇਡੀ ਔਨ ਹੈ। ਬਹੁਤ ਹੀ ਗੋਲਡਨ ਚਾਂਸ ਹੈ ਕਿ ਤੁਸੀਂ ਉਹਨਾਂ ਨੂੰ ਕਰੈਕ ਕਰੋ, ਪਰ ਉਹਦੇ ਲਈ ਤੁਹਾਨੂੰ ਥੋੜੀ ਮਿਹਨਤ ਕਰਨੀ ਪਊਗੀ। ਉਹ ਮਿਹਨਤ ਤੁਹਾਡੇ ਟੀਚਰ ਤੁਹਾਡੇ ਤੋਂ ਕਰਵਾਉਣਗੇ। ਐਂਡ ਟੀਚਰ ਦੀ ਗਾਈਡਲਾਈਨਸ ਦੇ ਨਾਲ ਅਗਰ ਤੁਸੀਂ ਪੜ੍ਹਦੇ ਹੋ, ਇਫ ਯੂ ਜੁਆਇਨ ਦ ਕੋਰਸਿਸ, ਯੂ ਵਿਲ ਗੈਟ ਦ ਰਾਈਟ ਡਾਇਰੈਕਸ਼ਨ, ਠੀਕ ਹੈ। ਤਾਂ ਉੱਥੇ ਤੁਸੀਂ ਅਗਰ ਆ ਰਹੇ ਹੋ, ਇਟ ਵਿਲ ਗਿਵ ਯੂ ਅ ਬੂਸਟ। ਜੇ ਤੁਸੀਂ ਨਾਰਮਲੀ ਆਪਣੇ ਐਂਡ ਤੋਂ ਪੜ੍ਹਦੇ ਹੋ, ਇੱਥੇ ਆ ਕੇ ਤੁਹਾਨੂੰ ਉਹਦਾ ਐਡ ਔਨ ਮਿਲ ਜਾਂਦਾ ਹੈ, ਬਿਕੋਜ਼ ਤੁਹਾਨੂੰ ਕਾਫੀ ਚੀਜ਼ਾਂ ਨਵੀਆਂ ਪਤਾ ਚੱਲਦੀਆਂ ਨੇ।
एग्जाम ओरिएंटेड पता चलती है। एंड वी ऑल्सो हैव प्रीमियम स्टडी मटीरियल, तो ये तो थोनों ये भी पता लग जूगा कि की कुछ आ सकता है एग्जाम दे विच, की कुछ नहीं आ सकता, राइट। ओके मनविंदर, दैट्स गुड, सीनियर असिस्टेंट, ठीक है जी। एंड वी ऑल्सो हैव PDF प्रिंट फैसिलिटी, ਤਾਂ ਜਿਹੜੇ ਵੀ PDFs ਨੇ ਉਹ ਪ੍ਰਿੰਟੇਬਲ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹਨਾਂ ਨੂੰ ਬਾਏ ਵਰਡ ਟੂ ਵਰਡ ਅਗਰ ਤੁਸੀਂ ਪੇਪਰ ਤੋਂ ਪੜ੍ਹਨਾ ਹੈ, ਦੈਨ ਯੂ ਕੈਨ ਗੈਟ ਇਟ ਡਾਊਨਲੋਡਡ ਐਂਡ ਉਹਨਾਂ ਨੂੰ ਡਾਇਰੈਕਟਲੀ ਤੁਸੀਂ ਪ੍ਰਿੰਟ ਵੀ ਕਰ ਸਕਦੇ ਹੋ। ਅਪਾਰਟ ਫਰੋਮ ਦੈਟ ऑनलाइन एंड ऑफलाइन बैचेस चल रहे हैं। ऑनलाइन तो थोनों जिवें पता है कि ऐप तो ही पढ़ोगे। ऑफलाइन दे लई यू कैन गो टू मोहाली और फरीदकोट। ਇੱਥੇ ਕਰੰਟਲੀ ਆਫਲਾਈਨ ਬੈਚਸ ਚੱਲ ਰਹੇ ਹੈ ਐਂਡ ਇਫ ਯੂ ਆਰ ਲਿਵਿੰਗ ਨੀਅਰ ਬਾਏ ਤਾਂ ਇਸ ਤੋਂ ਵੱਡਾ ਗੋਲਡਨ ਚਾਂਸ ਨਹੀਂ ਹੋ ਸਕਦਾ, ਠੀਕ ਹੈ। ਤੁਹਾਨੂੰ ਆਫਲਾਈਨ ਦੇ ਵਿੱਚ ਟੀਚਰ ਦਾ ਇੰਟਰੈਕਸ਼ਨ ਮਿਲ ਜਾਂਦਾ, ਯੂ ਗੈਟ ਟੂ ਨੋ ਅ ਲੋਟ ਆਫ ਨਿਊ ਥਿੰਗਸ, ਤੁਸੀਂ ਡਾਇਰੈਕਟਲੀ ਔਨ ਦ ਸਪੌਟ ਵੀ ਡਾਊਟ ਸੈਸ਼ਨਸ ਨੂੰ ਕਲੀਅਰ ਕਰ ਲੈਂਦੇ ਹੋ ਐਂਡ ਦੈਟਸ ਗੁੱਡ। इंग्लिश थोड़ी प्रॉब्लम्स आ। ओके मनविंदर, दिस विल बी सॉल्वड लाइक वेरी ईजीली। सो बैचेस ਨੂੰ ਐਨਰੋਲ ਕਰ ਲਓ ਜਾਂ ਫਿਰ ਆਨਲਾਈਨ ਜਿਹੜਾ ਆਪਾਂ ਸੀਰੀਜ਼ ਨੂੰ ਚਲਾਇਆ ਹੋਇਆ ਤੁਸੀਂ ਇੱਥੋਂ ਵੀ ਪੜ੍ਹ ਸਕਦੇ ਹੋ, ਦੈਟਸ ਯੋਰ ਚੋਇਸ, ਫੁੱਲ ਔਨ, ਠੀਕ ਹੈ ਮਨਵਿੰਦਰ। ਸੋ ਆਈ ਵਿਲ ਸ਼ੇਅਰ ਸਮ ਕਰੰਟ ਕੋਰਸਿਸ ਨਾਓ। ਪਹਿਲਾ ਹੈ PSSB ਸੀਨੀਅਰ ਅਸਿਸਟੈਂਟ। ਇਹ ਇੱਕ ਟੈਸਟ ਸੀਰੀਜ਼ ਐਕਚੁਅਲੀ, ਠੀਕ ਹੈ। ਇਹ ਟੈਸਟ ਸੀਰੀਜ਼ ਹੈ ਕਾਦੀ, ਇਹ ਹੈਗੀ ਆ ਐਗਜ਼ਾਮ ਬੇਸਡ MCQ ਕੁਐਸਚਨਸ ਐਂਡ ਇਹਨਾਂ ਕੁਐਸਚਨਸ ਤੋਂ ਤੁਸੀਂ PYQs ਨੂੰ ਫॉर श्योर ਪ੍ਰੈਕਟਿਸ ਕਰ ਪਾਓਗੇ, ਠੀਕ ਹੈ ਜੀ। ਐਂਡ ਇਹਦੀ ਜਿਹੜੀ ਕਾਸਟ ਹੈ ਨਾ, ਮਤਲਬ 300 ਦਾ ਤਾਂ ਕੁਛ ਬਹੁਤ ਹੀ ਨੋਮੀਨਲ ਜੀ ਚੀਜ਼ ਅੱਜ ਦੇ ਟਾਈਮ 'ਤੇ ਮਿਲ ਰਹੀ ਹੈ। ਅਤੇ ਤੁਹਾਨੂੰ ਤੁਹਾਡੀ ਐਜੂਕੇਸ਼ਨ ਦੇ ਵਿੱਚ ਹੈਲਪ ਕਰਨ ਲਈ ਸੀਨੀਅਰ ਅਸਿਸਟੈਂਟ ਨੂੰ ਅਗਰ ਤੁਸੀਂ ਅਪਰੋਚ ਕਰ ਰਹੇ ਹੋ, ਯੂ ਵਿਲ ਗੈਟ ਦਿਸ ਪਰਟੀਕੂਲਰ PYQ, ਮਤਲਬ ਇਸ ਤੋਂ ਵਧੀਆ ਹੋਰ ਕੁਛ ਨਹੀਂ ਹੋ ਸਕਦਾ। ਤੁਸੀਂ ਆਪਣੀ ਤਿਆਰੀ ਕਰ ਰਹੇ ਹੋ, ਲੇਕਿਨ ਉਹਨੂੰ ਐਨਾਲਾਈਜ਼ ਕਿਵੇਂ ਕਰੋਗੇ, ਬਾਈ ਗਿਵਿੰਗ ਦ ਟੈਸਟਸ, ਰਾਈਟ। ਉਹ ਟੈਸਟ ਤੁਹਾਨੂੰ ਇੱਥੇ ਮਿਲਣਗੇ ਐਂਡ ਯੂ ਕੈਨ ਗੈਟ ਦਿਸ। ਨੈਕਸਟ ਕੋਰਸ ਹੈ NTT ਬੈਚ। ਸੋ ਆਈ ਐਮ ਆਲਸੋ ਇਨ ਦਿਸ ਬੈਚ ਐਂਡ ਇਸ ਕੋਰਸ, ਇਸ ਬੈਚ ਦੇ ਵਿੱਚ ਤੁਹਾਨੂੰ ਲਾਈਵ ਕਲਾਸਿਸ ਮਿਲਦੀਆਂ ਨੇ, ਟੌਪਿਕ ਵਾਈਜ਼ ਸਟੱਡੀ ਨੋਟਸ ਹੈ ਐਂਡ ਫ੍ਰੀ ਟੈਸਟ ਸੀਰੀਜ਼ ਹੈ ਜਿਹਦੇ ਨਾਲ ਤੁਸੀਂ ਰਿਵਾਈਜ਼ ਵੀ ਕਰ ਸਕਦੇ ਹੋ। ਅਗੇਨ ਇਹਦੀ ਕਾਸਟ ਬਹੁਤ ਮਿਨੀਮਲ ਹੈ, ਇਟ ਇਜ਼ 1500 ਓਨਲੀ। ਮਨਵਿੰਦਰ, ਮੇਰੇ 3 ਬੈਚਸ ਨੇ, NTT, PTET ਐਂਡ 1 more there is, ਠੀਕ ਹੈ। ਸੋ ਇਨਫੈਕਟ ਮਸਤਾਨੇ ਬੈਚ ਵੀ ਹੈਗਾ, ਅਤੇ ਮਸਤਾਨੇ ਬੈਚ ਵਰਗਾ ਹੋਰ ਕੋਈ ਆਈ ਥਿੰਕ ਹੈ ਵੀ ਨਹੀਂ। ਲਾਈਕ ਇਟਸ ਅ ਗੁਰੂ ਆਫ ਐਵਰੀਥਿੰਗ। ਓਹ ਥੈਂਕ ਯੂ ਸੋ ਮਚ ਇੰਗਲਿਸ਼ ਦੀ ਇੰਨੀ ਤਾਰੀਫ ਕਰਨ ਲਈ, ਠੀਕ ਹੈ। ਸੋ ਅਗੇਨ PS TET ਦਾ ਬੈਚ ਓਪਨ ਹੈ। ਇਹਦੇ ਵਿੱਚ ਤੁਸੀਂ 999 ਦੇ ਵਿੱਚ ਇਸ ਕੋਰਸ ਨੂੰ ਲੈ ਸਕਦੇ ਹੋ, ਇਸ ਬੈਚ ਨੂੰ ਲੈ ਸਕਦੇ ਹੋ। ਅਗੇਨ ਟੌਪਿਕ ਵਾਈਜ਼ ਸਟੱਡੀ ਨੋਟਸ, ਠੀਕ ਹੈ, ਫ੍ਰੀ ਟੈਸਟ ਸੀਰੀਜ਼, ਲਾਈਵ ਐਂਡ ਐਕਸਕਲੂਸਿਵ ਕਲਾਸਿਸ, ਡਾਊਟ ਕਲੀਅਰਿੰਗ ਸੈਸ਼ਨਸ, ਵੈਰੀ ਇੰਪॉर्टेंट, ਇਹਨਾਂ ਨੂੰ ਵੀ ਤੁਸੀਂ ਲੈ ਸਕਦੇ ਹੋ। अब आते हैं मुद्दे की बात पे, लेट्स बिगिन द क्लास। ਹੁਣ ਆਪਾਂ ਕੁਐਸਚਨ ਸ਼ੁਰੂ ਕਰਾਂਗੇ। ਕੁਐਸਚਨ ਤੋਂ ਤੁਸੀਂ ਆਨਸਰ ਦੇਣਾ ਹੈ ਅਬਾਊਟ ਪ੍ਰੈਪੋਜੀਸ਼ਨਸ। ਯੂ ਨੋ ਵਾਟ ਇਜ਼ ਪ੍ਰੈਪੋਜੀਸ਼ਨ। ਅਗਰ ਯੈਸ ਸੋਨੀਆ, ਆਈ ਰਿਮੈਂਬਰ, ਤੁਸੀਂ ਮਸਤਾਨੇ ਬੈਚ ਚੋਂ। ਐਂਡ ਅਗਰ ਤੁਹਾਨੂੰ ਪਤਾ ਹੈ ਪ੍ਰੈਪੋਜੀਸ਼ਨ ਕੀ ਹੈ, ਯੂ ਵਿਲ ਫਾਈਂਡ ਇਟ ਈਜ਼ੀਲੀ। ਅਗਰ ਨਹੀਂ ਪਤਾ ਹੈ, ਲੈਟ ਮੀ ਗਿਵ ਯੂ ਅ ਰਿਵਿਊ ਆਫ ਦਿਸ, ਇੱਕ ਓਵਰਵਿਊ ਜਿਹਾ ਦੱਸ ਦਿੰਦੀ ਹਾਂ। ਮੈਮ ਦ ਬੈਚਸ ਆਰ ਕੁਆਇਟ लो ऑन कॉस्ट, बहुत सारे ਦਾ 5000 ਲੈਂਦੇ ਨੇ। ਓਬਵੀਅਸਲੀ ਇਹ ਕਾਫੀ ਲਾਈਕ ਇਫੈਕਟਿਵ ਹੈ ਇਸ ਟਾਈਮ 'ਤੇ। ਇਨਫੈਕਟ ਗਿਲਜ਼ ਮੈਂਟੋਰ ਤੁਹਾਨੂੰ ਇਹੋ ਜਿਹਾ ਪਲੈਟਫਾਰਮ ਦੇ ਰਿਹਾ ਹੈ ਜੀ, ਜਗ੍ਹਾ ਦੇ ਰਿਹਾ ਹੈ ਕਿ ਤੁਸੀਂ ਘੱਟ ਕਾਸਟ 'ਤੇ ਪੜ੍ਹ ਸਕਦੇ ਹੋ। ਐਂਡ ਹੁਣ ਆਪਾਂ ਗੱਲ ਕਰਦੇ ਹਾਂ ਕੁਐਸਚਨਸ ਦੀ। ਪਹਿਲਾ ਆਨਸਰ ਸੀ ਆ ਚੁੱਕਿਆ ਹੈ, ਠੀਕ ਹੈ ਦਿਕਸ਼ਾ। ਨੈਕਸਟ ਮੈਨੂੰ ਆਨਸਰਸ ਚਾਹੀਦੇ ਨੇ ਜਲਦੀ ਐਜ਼ ਕੁਇਕ ਐਜ਼ ਪੋਸੀਬਲ। ਪ੍ਰੈਪੋਜੀਸ਼ਨਸ ਨੂੰ ਤੁਸੀਂ ਦੇਖਣਾ ਹੈ। ਆਈ ਵਾਸ ਗਿਵਿੰਗ ਦ ਓਵਰਵਿਊ। ਸੋ ਓਵਰਵਿਊ ਦੇ ਵਿੱਚ ਮੈਂ ਬਸ ਇਹ ਦੱਸਣਾ ਚਾਹੂੰਗੀ, ਇਹ ਜਿਹੇ ਵਰਡਸ ਹੁੰਦੇ ਨੇ ਜੋ ਸੈਂਟੈਂਸ ਦੇ ਵਿੱਚ ਇੱਕ ਲਿੰਕਰ ਦਾ ਕੰਮ ਕਰਦੇ ਹੈ। ਦੇ ਆਰ ਯੂਜ਼ਡ ਫॉर ਟੈਲਿੰਗ ਡਾਇਰੈਕਸ਼ਨ, ਦੇ ਆਰ ਯੂਜ਼ਡ ਫॉर ਟੈਲਿੰਗ ਪੋਜੀਸ਼ਨ ਐਂਡ ਪਰਪਸ। ਇਹਨਾਂ ਦਾ ਇਹ ਕੰਮ ਮੇਨ ਹੁੰਦਾ ਹੈ, ਠੀਕ ਹੈ। ਸੋ ਇਹਨਾਂ ਦਾ ਕੰਮ ਕੀ ਹੈ, ਰੀਜ਼ਨ, ਪੋਜੀਸ਼ਨ, ਡਾਇਰੈਕਸ਼ਨ। ਅੱਛਾ, ਬਾਏ ਦੀ ਪਲੇਸ ਤੇ ਵਿਦ ਆਊਗਾ, ਓਕੇ। Question ਸੀਗਾ, the girls were afraid of snakes and picked their way along by extreme caution. ਗਰਲਸ ਜਿਹੜੀਆਂ ਨੇ ਉਹ ਸਨੇਕਸ ਤੋਂ ਬਹੁਤ ਜ਼ਿਆਦਾ ਡਰ ਰਹੀਆਂ ਸੀ ਐਂਡ ਉਹਨਾਂ ਨੇ ਆਪਣਾ ਰਾਹ ਜਿਹੜਾ ਹੈ ਬਹੁਤ ਹੀ ਧਿਆਨ ਨਾਲ ਚੂਜ਼ ਕੀਤਾ। ਸੋਨੀਆ, ਓਕੇ, ਵਿਦ ਨੂੰ
ਉਹਦੀ ਐਬਰੀਵੇਸ਼ਨ 'ਚ ਲਿਖਦੇ ਹੋਏ ਸੋਨੀਆ ਜੀ, ਠੀਕ ਹੈ। Alright, so start answering guys. ਸਿਰਫ ਅੱਜ ਦੇ ਲਈ ਇਹ 9 PM ਹੈ, ਅਦਰਵਾਈਜ਼ ਯੂ ਹੈਵ ਟੂ ਜੁਆਇਨ ਇਟ ਐਟ 3 PM ਐਵਰੀ ਡੇ, ਨਾਟ ਐਵਰੀ ਡੇ ਐਕਚੁਅਲੀ, ਇਹ ਔਨ ਈਵਨ ਡੇਜ਼ ਆਫ ਦ ਵੀਕ 'ਚ ਹੋ ਰਹੀ ਹੈ, ਠੀਕ ਹੈ। ਸੋ ਟਿਊਜ਼ਡੇ, ਥਰਸਡੇ ਐਂਡ ਫਰਾਈਡੇ ਯੂ ਕੈਨ, ਸੌਰੀ ਵੈਰੀ ਸੌਰੀ, ਲੈਟ ਮੀ ਟੈਲ ਯੂ ਅਗੇਨ। ਸੋ ਇਹਨੂੰ ਤੁਸੀਂ ਕਰ ਸਕਦੇ ਹੋ ਟਿਊਜ਼ਡੇ, ਥਰਸਡੇ ਐਂਡ ਸੈਟਰਡੇ ਨੂੰ, ਠੀਕ ਹੈ। ਸੋ ਜੁਆਇਨ ਕਰਿਆ ਕਰੋ ਐਵਰੀ ਡੇ, ਇਟਸ ਔਨ 3 PM, not every day, it's on Tuesday, Thursday and Saturday। दो ही आंसर आए हैं, ठीक है, डी भी आ गया आंसर, नो एरर। चलो लेट मी टेल यू द आंसर रिवील कर रही हाँ, ठीक है ठीक है ठीक है, आंसर बिल्कुल सही सीगा, कंग्रेचुलेशनस दीक्षा एंड सोनिया ऑल्सो। कहते गर्ल्स ਜਿਹੜੀਆਂ ਸੀ ਉਹ ਅਫਰੇਡ ਆਫ ਸੀ, ਪਹਿਲਾ ਪ੍ਰੈਪੋਜੀਸ਼ਨ, ਐਂਡ ਪਿਕਡ देयर ਵੇ ਅਲੋਂਗ ਬਾਏ ਐਕਸਟ੍ਰੀਮ ਕੌਸ਼ਨ। ਹੁਣ ਬਾਏ ਕੀ ਹੁੰਦਾ? ਦੁਆਰਾ। ਆਪਾਂ ਨੂੰ ਕੀ ਚਾਹੀਦਾ ਸੀ? ਬਹੁਤ ਹੀ ਧਿਆਨ ਦੇ ਨਾਲ ਉਹਨਾਂ ਨੇ ਆਪਣਾ ਰਾਹ ਚੂਜ਼ ਕੀਤਾ, ਧਿਆਨ ਦੇ ਨਾਲ। ਸੋ ਵਿਦ ਇਜ਼ ਡੈਫੀਨੇਟਲੀ ਯੂਜ਼ਡ ਵੈਨ ਯੂ ਨੀਡ ਟੂ, ਸ਼ੋਰ ਤੁਸੀਂ ਕਰ ਸਕਦੇ ਹੋ। ਆਂਸਰ ਇਜ਼ ਸੀ ਫॉर श्योर, ਠੀਕ ਹੈ। ਬਾਏ ਦੀ ਜਗ੍ਹਾ ਤੇ ਤੁਸੀਂ ਕੀ ਆ, ਵਿਦ ਲੈ ਕੇ ਆਉਣਾ ਸੀਗਾ, ਐਂਡ ਦੈਟ ਇਜ਼ ਹਾਊ ਇਟ ਸ਼ੁੱਡ ਬੀ ਯੂਜ਼ਡ। ਜੌਬ ਦਾ ਕਰਕੇ ਇਸ ਨੂੰ, ਆਈ ਡੋਂਟ ਅੰਡਰਸਟੈਂਡ ਦਿਸ। ਮਨਵਿੰਦਰ ਕੀ ਕਹਿਣਾ ਚਾਹੁੰਦੇ ਹੋ? ਪਲੀਜ਼ ਰਾਈਟ ਅਗੇਨ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਕੁਐਸਚਨ ਨੰਬਰ 2 ਹੈ, we listen to children's shows on the radio and Jenny can sing along with all the tunes, या फिर no error। वाह दीक्षा, डैब करते हुए, that's good। अगले क्वेश्चन आंसर दो। काफी इंटेलिजेंट। You should also answer। क्वेश्चन नंबर 2 का आंसर की हो सकता है? टेल मी। We also need to do one word substitution, so please थोड़ा quick आंसर दो। D, no error, all right। दीक्षा ਤੁਸੀਂ 3 PM ਤੇ ਬੈਚ 'ਚ ਕਿਉਂ ਨਹੀਂ ਆਉਂਦੇ ਹੋ? ਆਈ ਡੋਂਟ ਅੰਡਰਸਟੈਂਡ ਦਿਸ। ਰੈਗੂਲਰ ਨਹੀਂ ਹੋ ਨਾ ਤੁਸੀਂ? ਓਕੇ ਸੋਨੀਆ। ਮੈਨੂੰ ਹਜੇ ਵੀ ਸਮਝ ਨਹੀਂ ਆਈ ਮਨਵਿੰਦਰ, ਪਲੀਜ਼ ਕੋਈ ਹੋਰ ਲੈਂਗੁਏਜ ਯੂਜ਼ ਕਰ ਲਓ, ਹਿੰਦੀ 'ਚ ਲਿਖ ਦਿਓ। ਬਸ ਇੰਨਾ ਕੁ ਸਮਝ ਆਇਆ ਵੀ 25 ਤੱਕ ਛੁੱਟੀਆਂ ਨੇ। ਓਕੇ ਮਨਵਿੰਦਰ, ਨਾਓ ਆਈ ਗॉट ਇਟ। ਤੁਸੀਂ ਕਹਿ ਰਹੇ ਹੋ ਕਿ ਜੌਬ ਤੇ ਹੁੰਦੇ ਹੋ ਐਂਡ ਦੈਟਸ ਵਾਈ ਯੂ ਕਾਂਟ ਸੀ। ਹਾਈਡ ਤਾਂ ਨਹੀਂ ਹੁੰਦੀ ਇਹ, ਫॉर श्योर ਲਾਈਵ ਦੇ ਵਿੱਚ ਪਈਆਂ ਹੁੰਦੀਆਂ, ਤੁਸੀਂ ਲਾਈਵ ਵਾਲੀ ਸਾਈਟ ਤੇ ਜਾ ਕੇ ਉੱਥੋਂ ਚੈੱਕ ਕਰ ਸਕਦੇ ਹੋ। ਥੋੜੀ ਦੇਰ ਵਿੱਚ ਪਤਾ ਲੱਗ ਜੂ ਕਿੰਨੇ ਕੁ ਇੰਟੈਲੀਜੈਂਟ ਆ। ਨਹੀਂ ਪ੍ਰਾਈਵੇਟ ਨਹੀਂ ਹੁੰਦੀ ਪ੍ਰਾਈਵੇਟ, ਲਾਈਵਸ ਚੋਂ ਚੈੱਕ ਕਰ ਸਕਦੇ ਹੋ। ਆਂਸਰ ਇੱਕ ਜਣੇ ਦੋ ਜਣੇ ਦਾ ਆਇਆ, ਚਲੋ ਮੈਂ ਦੱਸਦੀ ਆਂਸਰ। ਸੋ ਆਂਸਰ ਇਜ਼ ਨੋ ਐਰਰ, ਯੂ ਵਰ ਕਰੈਕਟ। ਸੋਨੀਆ ਤੁਹਾਨੂੰ ਪਤਾ ਨਹੀਂ ਕਿੱਥੋਂ ਆਂਸਰ ਲੱਭ ਰਹੇ ਨੇ, ਆਈ ਡੋਂਟ ਨੋ। To is a preposition, on is a preposition, along with is also the preposition, and all of them are correct। Answer is no error। ठीक है जी, आगे चलते हैं। Question number 3, people should wake up to the fact that people of disabilities have got a vote as well। ਹੁਣ ਉਹ ਕਹਿ ਰਹੇ ਨੇ ਕਿ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ, ਇਹ ਸੋਚਦੇ ਹੋਏ, ਇਸ ਫੈਕਟ ਨੂੰ ਦੇਖਦੇ ਹੋਏ ਕਿ ਜਿਹੜੇ ਡਿਸੇਬਿਲਿਟੀਜ਼ ਵਾਲੇ ਲੋਕ ਨੇ ਉਹਨਾਂ ਕੋਲ ਵੀ ਵੋਟ ਦਾ ਅਧਿਕਾਰ ਹੁੰਦਾ ਹੈ, ਉਹਨਾਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ, ਬੇਸਿਕਲੀ ਇਹ ਕਹਿਣਾ ਚਾਹੁੰਦੇ ਨੇ।
ਸੋ ਆਨਸਰ ਕੁਐਸਚਨ ਨੰਬਰ 3 ਦਾ ਆਨਸਰ ਮੈਮ ਮੈਂ ਇਦਾਂ ਕਹਿ ਰਿਹਾ ਹਾਂ ਡਿਊਟੀ ਤੋਂ ਬਾਅਦ ਦੇਖਦਾ ਕੋਈ ਗੱਲ ਨਹੀਂ ਮਨਵਿੰਦਰ ਇਟ ਇਜ਼ ਆਲਵੇਜ਼ देयर ਲੈਟਸ ਆਨਸਰ ਟੁਗੇਦਰ ओ डैब ठीक है एक आंसर सही होया खुशी की बात खुशी की लहर थर्ड क्वेश्चन आंसर दो क्विकली आई विल वेट फॉर फर्स्ट 2-3 आंसर्स एंड देन आई विल स्टार्ट स्किपिंग द पेज ठीक है क्योंकि ये बहुत टाइम लगेगा इफ आई वेट फॉर ईच एंड एवरी वन ऑफ यू सो आंसर क्विकली एज एंड व्हेन यू सी द क्वेश्चन ऑन द स्क्रीन बी आई आंसर ठीक है ਇਹਦੇ ਵਿੱਚ ਇੱਕ ਫਰੇਜ਼ ਲਿਖੀ ਗਈ ਹੈ ਠੀਕ ਹੈ ਤਾਂ ਉਹੀ ਕੁਐਸਚਨ ਦਾ ਐਰਰ ਬਣੂਗਾ ਹਿੰਟ ਹੈ ਲੱਭ ਲਓ ਫਰੇਜ਼ ਕਿਤੇ ਕਿਤੇ ਲਿਖੇ ਹੋਏ ਆ let's answer everybody okay B again ठीक है I have seen 2 answers and I am going to answer this one बाकी please answer दिया करो even if it is wrong or right दीक्षा सोनिया ठीक है मनविंदर दा आंसर आ चुका है एंड नाउ वी सी दैट देयर इज अ फ्रेज पीपल ऑफ डिसेबिलिटीज ये गलत है पीपल विद डिसेबिलिटीज एक सही फ्रेज है लोग जिन्ना दी डिसेबिलिटीज ਹੁੰਦੀਆਂ ਨੇ ਉਹ ਵਾਲੇ ਲੋਕ ਠੀਕ ਹੈ PWD ਤੁਸੀਂ ਪਹਿਲਾਂ ਵੀ ਕਦੇ ਸੁਣਿਆ ਹੋਊਗਾ ਇਹ ਮੋਸਟਲੀ ਜਦੋਂ ਆਪਾਂ ਐਗਜ਼ਾਮ ਫਿਲ ਕਰ ਰਹੇ ਹੁੰਦੇ ਆ ਵੀ ਕੈਨ ਸੀ ਦੈਟ ਕਾਲਮ I think of the place they with yes Diksha आंसर इज दिस वन ओनली आंसर बी ही सीगा करेक्ट आंसर आगे चलते हैं क्वेश्चन नंबर 4 द ऑथर यूज्ड 3 exclamation marks at the end of the last sentence to wake out the readers या फिर नो एरर क्योंकि पीपल विद डिसेबिलिटीज होता है यस दीक्षा क्वेश्चन है कि ऑथर ने सेंटेंस दे एंड ते बिल्कुल लास्ट ते 3 exclamation marks रखे क्योंकि ਉਹ ਰੀਡਰ ਨੂੰ ਵੇਕ ਆਊਟ ਕਰਨਾ ਚਾਹੁੰਦਾ ਸੀ ਮਨਵਿੰਦਰ ਨੇ ਵੀ ਆਨਸਰ ਸਹੀ ਦਿੱਤਾ ਸੀਗਾ not only you both ਸੋਨੀਆ ਕਿਹੜੇ ਦਾ ਆਨਸਰ ਦਿੱਤਾ ਇਹ ਅੱਛਾ ਡਿਲੀਟ ਵੀ ਕਰ ਲਿਆ ਵੈਰੀ ਗੁੱਡ आंसर क्वेश्चन नंबर 4 no answers yet no error okay दीक्षा okay सोनिया okay फिर तो डी बहुत ही सिंपल जी कॉलोकेशन लगी हुई है सिंपल जी अच्छा सी भी आ गया ठीक है 2 बारी सी ओके मनविंदर ठीक है what is this name wake up ਹੁੰਦਾ yes hello jitinder how are you yes wake up ਹੁੰਦਾ ਨਾ ਕਿ wake out ਹੁੰਦਾ this is wrong collocation ਇਹ collocation ਹੁੰਦੀਆਂ ਨੇ ਜੋ 2 words ਤੋਂ ਬਣੀਆਂ ਹੁੰਦੀਆਂ ਠੀਕ ਹੈ not collocations I'm really sorry this is phrasal verb ਪਹਿਲਾਂ ਲੱਗਿਆ ਹੋਇਆ ਹੈ ਉਹਦੀ verb ਹੈ and after that there is a preposition ਠੀਕ ਹੈ ਸੋ ਇਹਨਾਂ ਦਾ ਜਦੋਂ ਕੰਬੀਨੇਸ਼ਨ ਹੁੰਦਾ ਇਹਨੂੰ ਆਪਾਂ ਫਰੇਜ਼ਲ ਵਰਬ ਕਹਿੰਦੇ ਆ ਸੋ ਆਨਸਰ ਇਜ਼ ਸੀ ਓਨਲੀ ਵੇਕ ਅਪ ਹੁੰਦਾ ਵੇਕ ਆਊਟ ਨਹੀਂ ਹੁੰਦਾ ਤੁਹਾਡਾ ਨੇਮ ਤੁਹਾਨੂੰ ਪੜ੍ਹਨਾ ਚਾਹੀਦਾ ਹੈ ਵਾਟਸ ਯਰ ਨੇਮ ਦੋ ਸਵੀਟਸ ਦੇ ਨੇਮ ਲਿਖੇ ਹੋਏ ਆ ਕੱਲ ਵੀ ਇਸ ਟਾਈਮ ਹੀ ਆ ਕਲਾਸ ਨਹੀਂ ਜੀ ਇਹ 3 PM ਹੁੰਦੀ ਆ ਟਿਊਜ਼ਡੇ ਥਰਸਡੇ ਐਂਡ ਸੈਟਰਡੇ ਨੂੰ
क्वेश्चन नंबर 5 है द ऑपोजिशन इज गेटिंग रेडी फॉर माउंट अ पावरफुल अटैक ऑन द गवर्नमेंट, या फिर नो एरर। ਮਨਿੰਦਰ, ਤੁਸੀਂ ਦੋ ਵਾਰੀ ਲਿਖਿਆ ਮਨਿੰਦਰ, ਤੁਹਾਡੇ ਨੋਨ ਚੋਂ ਲੱਗਦੇ ਨਹੀਂ ਕੋਈ। ਮਨਵਿੰਦਰ। क्वेश्चन नंबर 5 है कि ऑपोजिशन ਤਿਆਰ ਹੋ ਰਹੀ ਹੈ ਤਾਂ ਕਿ ਉਹ ਇੱਕ ਪਾਵਰਫੁਲ ਅਟੈਕ ਕਰ ਸਕੇ ਗਵਰਨਮੈਂਟ ਤੇ। ਮੋਸਟਲੀ ਇਹ ਹੁੰਦਾ ਹੀ ਰਹਿੰਦਾ ਹੈ, ਐਵਰੀ ਡੇ ਇਟ ਹੈਪਨਸ। ਬੀ, ਆਲਰਾਈਟ। ਇਸ ਟਾਈਮ ਡਿਊਟੀ। ਯੈਸ ਆਈ ਨੋ, ਮੈਂ ਤਾਂ ਤੁਹਾਨੂੰ ਕਹਿ ਰਹੀ ਸੀ ਤੁਸੀਂ ਦੋ ਵਾਰੀ ਮਨਿੰਦਰ ਲਿਖਿਆ। ਇਜ਼ ਦੇयर ਸਮਵਨ ਇਨ योर ਨੋਨਸ? ਕੀ ਹੋ ਗਿਆ? ਲਾਈਵ ਬੰਦ ਹੁੰਦੀ ਹੈ ਜੀ, ਲਾਈਵ ਔਨ ਹੈ। ਠੀਕ ਹੈ, ਮੈਂ ਆਨਸਰ ਦਿੰਨੀ ਆ, ਮਤਲਬ ਗੱਲਾਂ ਹੀ ਵੱਜ ਰਹੀਆਂ ਨੇ ਅੱਜ ਤਾਂ, ਪਤਾ ਨਹੀਂ ਕੀ ਹੋਇਆ। ਠੀਕ ਹੈ, ਸੋ देयर वाज अ प्रॉब्लम इन पार्ट बी। ਜਾਂ ਤਾਂ ਤੁਸੀਂ 2 ਪਲੱਸ ਫਰਸਟ ਫਾਰਮ ਕਰਦੇ ਹੋ ਇਨਫਿਨਿਟਿਵ, ਜਾਂ ਫਿਰ 4 ਪਲੱਸ ਜਿਰੰਡ ਫਾਰਮ ਕਰਦੇ ਹੋ। ਜਿਰੰਡ ਇਜ਼ ਵਰਬ 1 ਆਈਐਨਜੀ ਫਾਰਮ, ਜਿਹਨੂੰ ਆਪਾਂ ਮੋਸਟਲੀ V4 ਵੀ ਕਹਿ ਦਿੰਦੇ ਆ। ਸੋ ਇੱਥੇ ਇਹ ਪ੍ਰੋਬਲਮ ਇਹ ਆ ਰਹੀ ਹੈ ਕਿ ਆਪੋਜੀਸ਼ਨ ਤਿਆਰ ਹੋ ਰਹੀ ਹੈ, ਕਾਦੇ ਲਈ ਹੋ ਰਹੀ ਹੈ? ਯੂ ਆਰ ਗਿਵਿੰਗ ਅ ਰੀਜ਼ਨ, ਤਾਂ ਰੀਜ਼ਨ ਨੂੰ ਤੁਸੀਂ ਕਿਵੇਂ ਲਿਖਦੇ ਹੋ? 2 ਪਲੱਸ ਫਰਸਟ ਫਾਰਮ ਦੇ ਨਾਲ। ਤਾਂ ਇੱਥੇ ਆਪਾਂ ਨੂੰ 2 ਕਰਨਾ ਪੈਣਾ ਸੀ, ਟੂ ਮਾਊਂਟ ਅ ਪਾਵਰਫੁਲ ਅਟੈਕ ਔਨ ਦ ਗਵਰਨਮੈਂਟ। ਠੀਕ ਹੈ, ਨੈਕਸਟ ਕੁਐਸਚਨ ਨੰਬਰ 6 ਹੈ I hope you will take at heart the warning you have been given। ਆਸ਼ਾ ਕਰਦਾ ਹਾਂ ਕਿ ਤੁਸੀਂ ਵਾਰਨਿੰਗ ਨੂੰ ਪੂਰਾ ਧਿਆਨ ਨਾਲ ਸੁਣੋਗੇ, ਸੋਚੋਗੇ ਜੋ ਵੀ ਤੁਹਾਨੂੰ ਦਿੱਤੀ ਗਈ ਹੈ। ਯੈਸ ਸੋਨੀਆ। क्विकली आंसर। ਕੋਈ ਗੱਲ ਨਹੀਂ ਮਨਵਿੰਦਰ, ਬਾਅਦ ਚੋਂ ਦੇਖ ਸਕਦੇ ਹੋ। ਹਾਂਜੀ ਸੋਨੀਆ, ਤੁਹਾਡੇ ਨੈਟਵਰਕ 'ਚ ਪ੍ਰੋਬਲਮ ਹੈ। ਆਂਸਰ ਦਿਓ। ਆਈ ਹੈਵ ਟੂ ਗਿਵ ਵਨ ਵਰਡ ਸਬਸਟੀਟਿਊਸ਼ਨਸ ਆਲਸੋ। ਓਕੇ ਦਿਕਸ਼ਾ, ਓਕੇ ਵੀ ਆਇਆ ਫਿਰ ਤੋਂ। ਤੁਹਾਡਾ ਰੀਅਲ ਨੇਮ ਹੈ ਬੂਬੂ ਸਿੰਘ? ਇਜ਼ ਇਟ ਰੀਅਲੀ ਦ ਨੇਮ? ਓਕੇ ਜਤਿੰਦਰ, ਠੀਕ ਹੈ। ਸੋ ਵੀ ਹੈਵ ਸੀਨ ਦੀ ਆਂਸਰਸ, ਵੀ ਨੋ ਦੈਟ। ਪ੍ਰੋਬਲਮ ਇਜ਼ ਵਿਦ ਪਾਰਟ ਬੀ। ਕਿਸੇ ਵੀ ਟਾਈਮ ਜੇ ਤੁਸੀਂ ਕਹਿਣਾ ਹੋਵੇ ਕਿ ਦਿਲ ਤੇ ਗੱਲ ਲਿੱਤੀ ਜਾਂ ਸੀਰੀਅਸ ਕਿਸੇ ਗੱਲ ਨੂੰ ਲਿੱਤਾ, ਤਾਂ ਯੂ ਸ਼ੁਡ ਯੂਜ਼ ਦ ਫਰੇਜ਼ ਟੇਕ ਟੂ ਹਾਰਟ, ਨਾ ਕਿ ਟੇਕ ਐਟ ਹਾਰਟ। आंसर इज बी। ठीक है, क्वेश्चन नंबर 7 we have all been troubled at some point in our lives, either because of our personal problems or because in our decisions। okay, ਆਪਾਂ ਕਦੇ ਨਾ ਕਦੇ ਆਪਣੀ ਲਾਈਫ ਦੇ ਵਿੱਚ ਟਰਬਲਡ ਹੋਏ ਹਾਂ, ਐਂਡ ਜਾਂ ਤਾਂ ਉਹ ਪਰਸਨਲ ਪ੍ਰੋਬਲਮਸ ਕਰਕੇ ਆਉਂਦੇ ਆ ਜਾਂ ਫਿਰ ਆਪਣੇ ਡਿਸੀਜਨਸ ਕਰਕੇ ਆਉਂਦੇ ਆ। ਮਨਵਿੰਦਰ ਗਿਲਸ ਮੈਂਟੋਰ ਫਾइंड आउट करो, you will get। it looks cute to me। okay, okay, ठीक है, just like that sweet's name, Toda Burfi। Question number 7 answer though, quickly। because of our decision। okay, okay Sonia।
You should all come at 3 p.m. on Tuesday, Thursday and Saturday. बहुत बेनिफिशियल है ये सीरीज आई एम टेलिंग यू. सी. हाँ हाँ, गॉट इट. नहीं नहीं, कोई बर्फी नहीं खानी मैं. हेल्थ कॉन्शियस आई एम. ठीक है, सी एंड बी. ऑल राइट जी, ठीक है. देखो, दो पार्ट्स लिखे गए सी ईदर ते और दे नाल, राइट है. सो यू शुड नो कि अगर एक साइड ते ऑफ लग्या तो दूजी ते भी मोस्टली यही लग्या होगा. एंड देयर इज़ अ लॉजिक बिहाइंड दिस एक्चुअली. ਜਦੋਂ ਵੀ ਤੁਸੀਂ ਕਹਿੰਦੇ ਹੋ ਕਿ ਬਿਕੋਜ਼ ਆਫ, ਤਾਂ ਤੁਸੀਂ ਕਿਸੇ ਚੀਜ਼ ਨੂੰ ਉਹਦਾ ਕਾਰਨ ਬਣਾ ਰਹੇ ਹੋ. ਬਿਕੋਜ਼ ਆਫ ਇਜ਼ ਯੂਜ਼ਡ ਟੂ ਟੈਲ ਦ ਰੀਜ਼ਨ ਬਿਹਾਈਂਡ ਸਮਥਿੰਗ. ਬਿਕੋਜ਼ ਆਫ ਡੈਸ਼. ਹੁਣ ਇੱਥੇ ਬਿਕੋਜ਼ ਇਨ ਲੱਗਿਆ ਹੋਇਆ ਸੀ. ਇਨ ਤਾਂ ਇਨਐਪਰੋਪਰੀਏਟ ਹੈ ਫॉर श्योर. ਆਨਸਰ ਇਜ਼ ਸੀ. ਸਭ ਦਾ ਆਨਸਰ ਠੀਕ ਸੀਗਾ ਆਲਮੋਸਟ. नहीं नहीं नहीं, नो गुलाब जामुन, नॉट एट ऑल. नहीं, मैंने स्वीट पसंद नहीं है. इन प्रपोजिशन दी प्लेस ते ऑफ. यस. Question number 8. We will have to wait for until the new year before we can make any definite plans. ਕਹਿੰਦੇ ਆਪਾਂ ਨੂੰ ਨਿਊ ਈਅਰ ਤੱਕ ਰੁਕਣਾ ਪਊਗਾ ਡੈਫੀਨੇਟ ਪਲਾਨਸ ਬਣਾਉਣ ਤੋਂ ਪਹਿਲਾਂ. ਜੌਬ ਨਹੀਂ, आई डोंट डू अ जॉब. हाँ, ये वाली तो जॉब हैगी है ऑब्वियसली. क्वेश्चन नंबर 8. व्हाट इज इट? टेल मी. बहुत ही नोटिसेबल एरर है इस क्वेश्चन च, बहुत ही नोटिसेबल. 3 p.m. again I'm telling you, Tuesday, Thursday and Saturday you should join. 3 p.m. A. All right. Is this a cat? Boo Singh. Your name decides your personality sometimes. ਧਿਆਨ ਨਾਲ names ਰੱਖਿਆ ਕਰੋ please. And deleted. That's good. Question number 8 ਦਾ ਆਨਸਰ ਮੇਰੇ ਕੋਲ ਹਜੇ ਤੱਕ ਨਹੀਂ ਆਇਆ. Only one answer I got. आंसर दे के डरी बैठी है. ठीक है, कोई गल नहीं. We will have to wait for until. Oh, that's a great blunder here. For ਤੇ until ਦੋ prepositions ਇੱਕੋ ਵਾਰ ਚ ਲਗਾਏ ਗਏ ਨੇ. This is not correct. For sure this is not correct. We will have to wait for until the new year before. है ना, ਇੱਥੇ ਤੱਕ ਪਹਿਲਾ clause ਬਣ ਰਿਹਾ. ਸੋ ਆਪਾਂ ਨੂੰ ਵੇਟ ਕਰਨਾ ਚਾਹੀਦਾ ਹੈ ਕਦੋਂ ਤੱਕ? ਨਿਊ ਈਅਰ ਤੱਕ. ਮੈਨੂੰ ਪਲੀਜ਼ ਤੁਹਾਡਾ ਨੇਮ ਦੱਸੋ ਪਹਿਲਾਂ, ਦੈਨ ਆਈ ਵਿਲ ਆਨਸਰ ਕਿ ਬੇਸਿਕ ਟੂ ਐਡਵਾਂਸ ਕਿਵੇਂ ਕਰਨਾ ਹੈ. ਪਲੀਜ਼ ਟੈਲ ਮੀ ਯੋਰ ਨੇਮ. ਆਈ ਕੈਨਟ ਪ੍ਰੋਨਾਊਂਸ ਇਟ ਅਗੇਨ ਐਂਡ ਅਗੇਨ. ਸੋ ਇੱਥੇ ਜਿਹੜਾ ਫੋਰ ਸੀ ਨਾ, ਉਹ ਓਬਵੀਅਸਲੀ ਸੁਪਰਫਲੂਅਸ ਹੈ. ਆਪਾਂ ਨੂੰ ਕੀ ਚਾਹੀਦਾ ਸੀ ਕਿ ਅੰਟਿਲ ਨਿਊ ਈਅਰ ਆ ਜਾਵੇ ਉਦੋਂ ਤੱਕ ਆਪਾਂ ਨੂੰ ਵੇਟ ਕਰਨੀ ਚਾਹੀਦੀ. ਸੋ ਅੰਟਿਲ ਦੀ ਰਿਕੁਆਇਰਮੈਂਟ ਤਾਂ ਸੀ. ਹੁਣ ਇੱਥੇ ਫੋਰ ਜਿਹੜਾ ਹੈ ਗਲਤ ਲੱਗਿਆ ਹੋਇਆ ਹੈ, ਇਹਨੂੰ ਰਿਮੂਵ ਕਰਨਾ ਪਊਗਾ. ਸੋ ਆਨਸਰ ਇਜ਼ ਏ. ਆਨਸਰ ਸਹੀ ਸੀਗਾ, ਉਸ ਬਿੱਲੀ ਨੇ ਆਨਸਰ ਸਹੀ ਦਿੱਤਾ ਸੀ. ठीक है, सी गलत होए. फॉर अंटिल सेम टाइम, फॉर नहीं आना, ओनली अंटिल. यस सोनिया. तूफान, बारिश, दिस एंड दैट. पहला अपना नाम दसो, कौन हो? ओके, चलो अगला क्वेश्चन. ओके, बिफोर मूविंग टू अनदर क्वेश्चन, वी ऑल्सो हैव PTI बैच.
ਇਸ ਬੈਚ ਦੇ ਵਿੱਚ ਵੀ ਮੈਂ ਟੀਚ ਕਰ ਰਹੀ ਹਾਂ ਐਂਡ ਲਾਈਵ ਐਂਡ ਐਕਸਕਲੂਸਿਵ ਕਲਾਸਿਸ ਮਿਲ ਰਹੀਆਂ ਨੇ, ਟੌਪਿਕ ਵਾਈਜ਼ ਸਟੱਡੀ ਨੋਟਸ ਹੈ ਐਂਡ ਫ੍ਰੀ ਟੈਸਟ ਸੀਰੀਜ਼ ਦੀ ਰਿਵੀਜ਼ਨ ਤੁਹਾਨੂੰ ਦੇ ਰਹੇ ਨੇ ਓਨਲੀ 1500 ਦੇ ਵਿੱਚ। ਐਂਡ ਚੈਰੀ ਔਨ ਦਾ ਕੇਕ ਇਹ ਆ ਕਿ ਅਗਰ ਤੁਸੀਂ ਮੇਰਾ ਕੋਡ ਯੂਜ਼ ਕਰੋ ਵਿਚ ਇਜ਼ tanvi10, ਠੀਕ ਹੈ, ਦਿਸ ਕੋਡ ਇਜ਼ ਮਾਈ ਕੋਡ। ਇਸ ਕੋਡ ਦੇ ਨਾਲ ਤੁਹਾਨੂੰ ਮਿਲੇਗਾ 10% ਦਾ एक्स्ट्रा बेनिफिट फ्रॉम माई साइड, राइट। सो ये मेरी तरफ से क्रिसमस और एनीथिंग का डिस्काउंट है विच गोज ऑन फॉर होल ईयर। माई नेम इज टोडा बर्फी मैम। हाँ, आई डोंट अज्यूम दिस। रणबीर कपूर कहूँगी मैं थोनू बर्फी वाला। इज इट ओके ना? Okay, question number 9. Clients sign contracts to become participants and agree to adhere with a rigorous schedule. या फिर no error. दीक्षा जी ने आंसर नहीं दिता सी पिछले वाले क्वेश्चन का। दीक्षा जी आंसर दो। ही नीड्स अ पार्टनर टू आंसर। कल्ले आंसर नहीं हो पा रहे इन्ना तो। ठीक है, रणबीर कपूर बुला लेनी है, ठीक है, डन। सो हुण इहदा आंसर यह है कि चैरी ऑन द केक। हाँ सही है। बेसिक तो मैं इस करके नहीं करवा रही हाँ बिकॉज बेसिक टू एडवांस जो तुसी करना चाहते हो ਉਹਨੂੰ ਆਪਾਂ बहुत ही जल्दी शुरू कर सकते हाँ ओनली इफ यू टेल मी दैट यू आर इन अ कोर्स। अगर तुसी कोर्स ਨੂੰ ज्वाइन करोगे इट विल बी वेरी 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 ग्रेट, ठीक है। ਉੱਥੇ ਤੁਹਾਨੂੰ ਲਾਈਕ ਹੋਰ ਵੀ ਬਹੁਤ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ। हाँ जी, मैं मोहाली तो हाँ, यस। एंड इस क्वेश्चन का आंसर दो। विद अ नहीं आना, ओनली विद। आर्टिकल्स नहीं कर रहे हम सोनिया। बेसिक करवाओ, पेपर आ गए ने। बेसिक तो करने लिए पेपर मतलब आई मीन पेपर ਨੂੰ क्लीयर करने लिए बेसिक तो दोबारा नहीं पढ़ सकते हो। इट विल टेक एट लीस्ट 3 months, फुल फ्लैज 3 months। PYQs ने, ठीक है, जो ਤੁਸੀਂ ਪੜਿਆ ਹੋਇਆ ਹੁਣ ਤੱਕ ਉਹਦੀ ਰਿਵੀਜ਼ਨ ਹੈ ਇਹ ਸੌਰਟ ਆਫ। ਅਗਰ ਤੁਸੀਂ ਲਿਟਰਲੀ ਸਮਝਣਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਵੀ ਵਿਲ ਸਟਾਰਟ ਇਟ ਅਗੇਨ ਔਨ ਦ ਬੈਚਸ। ਹੁਣ ਮੈਂ ਕੀ ਕਰ ਰਹੀ ਹਾਂ, ਕਰੰਟਲੀ ਆਈ ਐਮ ਔਨ ਕੰਜੰਕਸ਼ਨਸ, ਠੀਕ ਹੈ। ਮੇਰੀ ਹੁਣ ਵੋਕੈਬਲਰੀ ਵਾਲੀ ਪਾਰਟ ਨੂੰ ਮੈਂ ਸ਼ੁਰੂ ਕਰੂੰਗੀ ਐਂਡ ਰਾਈਟ ਆਫਟਰ दैट आई एम गोइंग टू रिवाइज एवरीथिंग अगेन, ठीक है। सो अगर तुसी विलिंग हो यू शुड जॉइन द कोर्सेज नाउ ओनली। दिस इज़ द हाई टाइम। मेरे ਵੱਲੋਂ ਇਹ ਇੱਕ ਗ੍ਰੀਨ ਫਲੈਗ ਹੈ ਕਿ ਕਿਸੇ ਵੀ ਕੋਰਸ ਨੂੰ ਜੁਆਇਨ ਕਰ ਲਓ ਜੋ ਤੁਹਾਡੇ ਐਗਜ਼ਾਮ ਦੇ ਰਿਲੇਟਡ ਹੈ ਐਂਡ ਯੂ ਵਿਲ ਗੈਟ ਇੰਗਲਿਸ਼ क्लास ओवर देयर। ਤੇ ਉੱਥੇ ਆਪਾਂ ਪढ़ रहे हाँ। तो अब क्या कर रहे हैं मैम जी? हैं? अच्छा अच्छा। ਸਕੈਰਸਲੀ ਦਾ ਪਤਾ ਚੱਲਿਆ ਹਜੇ ਜਦੋਂ ਸਕੈਰਸਲੀ ਹੁੰਦਾ ਤਾਂ ਵੈਨ ਯੂਜ਼ ਕਰਦੇ ਆ, ਬਾਕੀ ਕੁਛ ਨਹੀਂ। ਮੈਂ ਤਾਂ ਇਹ ਪੜਾਇਆ ਹੀ ਨਹੀਂ ਰਣਵੀਰ ਕਪੂਰ ਹਜੇ। ਆਨਸਰ नो एरर। मेरा नेट रुक गया सी। ਗਿੱਲ ਸਰ ਤਾਂ ਓਬਵੀਅਸਲੀ ਸਾਰੇ ਸਟੂਡੈਂਟਸ ਨੂੰ ਜਾਣਦੇ ਆ। ਚਲੋ ਐਨੀਵੇਜ਼ ਨੋਬਡੀ ਇਜ਼ ਆਨਸਰਿੰਗ ਸੀਰੀਅਸਲੀ। ਕੁਐਸਚਨ ਦਾ ਆਨਸਰ ਇਹ ਹੈ ਕਿ ਅਧੇਰ ਵਿਦ ਇੱਕ ਰੋਂਗ ਪ੍ਰੈਪੋਜੀਸ਼ਨ ਸੌਰੀ ਫਰੇਜ਼ਲ ਵਰਬ ਹੈ। ਅਧੇਰ ਟੂ ਹੁੰਦਾ ਹੈ, ਅਧੇਰ ਵਿਦ ਨਹੀਂ, right? So adhere to something, adhere to the rules, adhere to the schedules, adhere to the restrictions that are given. Please answer everybody। मज़ा आਉਂਦਾ जी सारे आंसर। हाँ obviously I need you all to participate। अगर तुसी गलत आंसर भी दोगे you will keep that question, that particular rule in your head for lifetime। अगर तुसी गलत आंसर दिता तो उन्हें याद रहूगा मैं ये गलती पहला की सी। ਮਨਵਿੰਦਰ ਵੀ ਕੈਨ ਨਾਟ ਕੇਟਰ ਟੂ ਐਵਰੀਬਡੀਜ਼ ਐਕਸਪੈਕਟੇਸ਼ਨਸ। ਤੁਸੀਂ ਬਾਅਦ ਚੋਂ ਦੇਖ ਲਿਆ ਕਰੋ, ਠੀਕ ਹੈ।
कोई गल नहीं, यू आर क्वाइट क्लोज, वेरी वेरी क्लोज, डोंट वरी रणवीर कपूर। माई नेम इज रिटन, माई नेम इज रिटन ऑन टॉप। ध्यान से पढ़ो, आपकी स्क्रीन पे बड़ा बड़ा मेरा नाम लिखा हुआ है, तन्वी, माई नेम इज तन्वी। संदीप, आई हैव नॉट क्लियर, आई हैव नो क्लियर notification about this. Please ਤੁਸੀਂ ਬਾਕੀ team members ਨੂੰ ਪੁੱਛ ਲਿਓ। Next question is question number 10. We often pretend of fearing what we really despise and more often despise what we really fear. Oh, that's a good wordplay. Red elite. कटरीना कैफ बुलाओगे हम तो मैम आपको? सीरियसली? रेड अलर्ट। अच्छा, ਲਾਈਵ 'ਚ ਡਾਊਟ ਕਲੀਅਰ ਹੋ ਜਾਂਦੇ ਆ। ਹਾਂ ਉਹ ਤਾਂ ਹੈ ਓਬਵੀਅਸਲੀ ਮਨਵਿੰਦਰ। ਕੁਐਸਚਨ ਨੰਬਰ 10 ਦਾ ਆਨਸਰ ਦੋ। ਕੁਐਸਚਨ ਦਾ ਮਤਲਬ ਇਹ ਆ ਕਿ ਆਪਾਂ ਮੋਸਟਲੀ ਇਹ ਕਲਪਨਾ ਕਰਦੇ ਹਾਂ, ਆਪਾਂ ਉਹਦੇ ਵਰਗਾ ਸੋਚਦੇ ਹਾਂ ਕਿ ਆਪਾਂ ਨੂੰ ਜੋ ਆਪਾਂ ਨੂੰ ਪਸੰਦ ਨਹੀਂ ਹੈ ਤੇ ਆਪਾਂ ਉਹਦੇ ਤੋਂ ਡਰ ਰਹੇ ਹੁੰਦੇ ਹਾਂ। ਐਂਡ ਮੋਰ ਆਫਨ ਹੁੰਦਾ ਕੀ ਹੈ, ਐਕਚੁਅਲੀ ਕੀ ਹੁੰਦਾ ਹੈ, ਆਪਾਂ ਉਸ ਚੀਜ਼ ਨੂੰ ਹੇਟ ਕਰ ਰਹੇ ਹੁੰਦੇ ਹਾਂ ਜਿਹਦੇ ਤੋਂ ਆਪਾਂ ਡਰਦੇ ਹੁੰਦੇ ਹਾਂ। ਸੋ ਇਹ ਵਾਈਸੇ ਵਰਸਾ ਦੋਨੋਂ ਚੀਜ਼ਾਂ ਨੇ। ਸੰਦੀਪ, ਨੈਕਸਟ ਟਾਈਮ ਲਈ ਇੰਨੀ ਸੋਲਿਡ ਪ੍ਰੈਪਰੇਸ਼ਨ ਹੋ ਸਕਦੀ ਹੈ ਨਾ ਅਗਰ ਤੁਸੀਂ ਹੁਣੇ ਹੁਣੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਆ ਤਾਂ। ਮਤਲਬ ਠੀਕ ਹੈ, ਇੱਕ ਸਾਲ ਵਿੱਚ ਆ ਜਾਊਗਾ, ਬਟ ਯੂ ਕੈਨ ਮੀਨ ਵਾਈਲ ਪ੍ਰਿਪੇਅਰ ਫॉर ਅਦਰ ਐਗਜ਼ਾਮਸ ਐਂਡ ਜਦੋਂ ਤੁਸੀਂ ਅਗਲੀ ਵਾਰ ਐਲੀਜੀਬਲ ਹੋ ਜਾਓਗੇ ਦੈਟ ਵਿਲ ਬੀ ਲਾਈਕ ग्रेट ग्रेट। ऑफ द प्लेस ते 2 आएगा। ओके ठीक है, ए एंड बी आंसर आए ने। ठीक है जी, ठीक है, ठीक है। फिर यहाँ देख लेते हैं ऑफ फीयरिंग। ਇੱਥੇ ਹੋ ਕੀ ਰਿਹਾ ਨਾ ਕਿ ਆਪਾਂ ਨੂੰ ਪ੍ਰੈਪੋਜੀਸ਼ਨ ਟੂ ਦੀ ਰਿਕੁਆਇਰਮੈਂਟ ਸੀ। ਕਿਉਂ? ਕਿਉਂਕਿ ਪ੍ਰਿਟੈਂਡ ਤੋਂ ਬਾਅਦ ਹਮੇਸ਼ਾ ਟੂ ਹੀ ਆ ਸਕਦਾ ਹੈ, ਹੋਰ ਕੁਝ ਨਹੀਂ ਆ ਸਕਦਾ। ਸੋ ਕਿਉਂਕਿ ਪ੍ਰਿਟੈਂਡ ਤੋਂ ਬਾਅਦ ਟੂ ਆ ਸਕਦਾ ਹੈ, ਆਪਾਂ ਨੂੰ ਉਹਦੀ ਵਰਬ ਵੀ ਚੇਂਜ ਕਰਨੀ ਪਊਗੀ। ਵੀ ਨੀਡ ਟੂ ਚੇਂਜ ਇਟ ਟੂ ਵਰਬ 1, ਇਨਫਿਨਿਟਿਵ ਬਣਾਉਣਾ ਪਊਗਾ। नहीं नहीं नहीं, वापस जाओ एंड यू विल सी अदर क्लासेस ऑल्सो। ਪਹਿਲਾਂ ਕਾਫੀ ਪਹਿਲਾਂ ਵੀ ਪੜ੍ਹਾ ਰਹੀ ਸੀ ਮੈਂ, ਐਂਡ ਦੈਨ ਆਈ ਟੁੱਕ ਅ ਬ੍ਰੇਕ ਐਂਡ ਹੁਣ ਆਪਾਂ ਵਾਪਸ ਸ਼ੁਰੂ ਕਰ ਲਈ ਹੈ। ਸੀਰੀਜ਼ ਦੇ ਵਿੱਚ ਆਪਾਂ ਨਾਊਨ ਤੇ ਪ੍ਰੋਨਾਊਨ ਆਲਰੇਡੀ ਪੜ੍ਹ ਚੁੱਕੇ ਹਾਂ ਅਲੋਂਗ ਵਿਦ ਵਨ ਵਰਡ ਸਬਸਟੀਟਿਊਸ਼ਨ। ਤੇ ਜਸਟ ਗੋ ਦੇਅਰ ਐਂਡ 3 PM ਦੇ ਲਾਈਵ ਸੈਸ਼ਨਸ ਤੁਸੀਂ ਦੇਖ ਸਕਦੇ ਹੋ। ਹਾਂਜੀ ਹਾਂਜੀ, ਯੈਸ ਬੂਬੂ ਸਿੰਘ। ਕੁਐਸਚਨ ਨੰਬਰ 11 ਤੇ ਆਉਂਦੇ ਹਾਂ। Is there a particular type of person that is especially vulnerable to psychological problems? एक क्वेश्चन पूछा जा रहा है कि कोई एक पर्टिकुलर टाइप ऑफ पर्सन ਹੁੰਦਾ ਹੈ ਜੋ ਜ਼ਿਆਦਾ ਵਲਨਰੇਬਲ ਹੁੰਦਾ ਹੈ ਸਾਈਕੋਲੋਜੀਕਲ ਪ੍ਰੋਬਲਮਸ ਨੂੰ। ਥੋੜਾ ਜਿਹਾ ਆਨਸਰ ਕੁਇਕਲੀ ਦਿਓ ਪਲੀਜ਼, ਬਿਕੋਜ਼ ਵੀ ਨੀਡ ਟੂ ਡੂ ਵਨ ਵਰਡ ਸਬਸਟੀਟਿਊਸ਼ਨ ਆਲਸੋ। 3-4 questions more left and you need to be like very very quickly. ਡਿਸਕਾਊਂਟ ਦਾ ਕੋਡ ਹੈ ਐਕਚੁਅਲੀ, ਜਿਹੜਾ ਵੀ ਤੁਸੀਂ ਕੋਰਸ ਲਓਗੇ ਉਹਦੇ ਤੇ ਤੁਸੀਂ ਕੂਪਨ ਕੋਡ ਲਗਾ ਸਕਦੇ ਹੋ ਤਨਵੀ 10। ਠੀਕ ਹੈ, ਇਹਨੂੰ ਇਕੱਠਾ ਲਿਖਣਾ ਹੈ ਤਨਵੀ 10 ਐਂਡ ਦੈਟਸ ਹਾਊ ਯੂ ਵਿਲ ਗੈਟ ਇਟ। ਬੀ ਆਈ ਆਂਸਰ। ਠੀਕ ਹੈ, ਬੀ ਦੇ ਵਿੱਚ ਇੱਕੋ ਪ੍ਰੈਪੋਜੀਸ਼ਨ ਹੈ ਵਿਚ ਇਜ਼ ਆਫ। ਟਾਈਪ ਆਫ ਪਰਸਨ ਸਹੀ ਹੁੰਦਾ ਇਹ। कछुए हैं।
ਕੋਈ ਨਹੀਂ, ਆਪਾਂ ਰੈਬਿਟ ਤੇ ਕਛੂਏ ਵਾਲਾ ਉਹ ਬਣਾ ਲਾਂਗੇ, ਠੀਕ ਹੈ, ਐਂਡ ਦੈਨ ਵੀ ਵਿਲ ਬੀ ਸਲੋ ਐਂਡ ਸਟਿਲ ਵਿਨ ਦ ਰੇਸ। Okay, I will answer. Very, very slow answer givers हो तुसी. C is the answer है. Um, C is the answer नहीं है because answer no error है. There is no error in this question. ਇੱਥੇ कुछ mistake हुई है. Leave it. Answer is no error. ठीक है. D और B. A नहीं आऊगा. A नहीं आऊगा. है. Only English ਲਈ ਵੀ ਇਹੀ ਕੋਡ ਹੈ. ਹਾਂਜੀ ਮਨਵਿੰਦਰ. Yes. ਤੁਸੀਂ ਕੋਈ ਵੀ ਕੋਰਸ ਲਓ, ਕਿਸੇ ਵੀ ਮੰਨ ਲਓ ਤੁਸੀਂ ਸੀਨੀਅਰ ਅਸਿਸਟੈਂਟ ਦੀ ਪ੍ਰੈਪਰੇਸ਼ਨ ਕਰਨੀ ਹੈ, ਸੀਨੀਅਰ ਅਸਿਸਟੈਂਟ ਦਾ ਬੈਚ ਲਓ, ਉਹਦੇ ਵਿੱਚ ਇੰਗਲਿਸ਼ ਵੀ ਪੜ੍ਹਾਈ ਜਾਊਗੀ, ਉਹਦੇ ਵਿੱਚ ਉਹਨੂੰ ਅਪਲਾਈ ਕਰਨ ਲਈ, ਉਹਨੂੰ ਐਨਰੋਲ ਕਰਨ ਲਈ ਇਹ ਕੋਡ ਲਗਾ ਦਿਓ, ਉਹ 'ਤੇ ਤੁਹਾਨੂੰ ਐਕਸਟਰਾ 10% ਦਾ ਬੈਨੀਫਿਟ ਮਿਲੇਗਾ। ਦੈਟਸ ਇਟ। ਠੀਕ ਹੈ, ਸੋ ਆਂਸਰ ਇਜ਼ ਡੀ। ਡੀ ਇਹਦਾ ਆਂਸਰ ਹੈ। ਮੇਕ ਸ਼ੋਰ ਦੈਟ ਯੂ ਨੋਟ ਇਟ। ਵਲਨਰੇਬਲ ਟੂ ਸਮਥਿੰਗ ਹੁੰਦਾ ਆਲਰੇਡੀ ਲਿਖਿਆ ਹੋਇਆ ਸੀ। ਚਲੋ ਕੁਐਸਚਨ ਨੰਬਰ 12 ਹੈ, ਇਟ ਇਜ਼ ਐਨ ਓਬਵੀਅਸ ਟਰੂਇਜ਼ਮ ਦੈਟ ਪੀਪਲ ਐਕਟ ਇਨ ਅਕੋਰਡੈਂਸ ਟੂ ਦੇਅਰ ਮੋਟਿਵਸ। ਇਹ ਇੱਕ ਓਬਵੀਅਸ ਜੀ ਸੱਚ ਗੱਲ ਹੈ ਕਿ ਲੋਕ ਉਵੇਂ ਅਕੋਰਡੈਂਸ ਵਿੱਚ ਐਕਟ ਕਰਦੇ ਨੇ ਜਿਹੇ ਜਿਹੇ ਉਹਨਾਂ ਦੇ ਮੋਟਿਵਸ ਹੁੰਦੇ ਆ, ਜਿਵੇਂ ਉਹ ਦੁਨੀਆ ਦੇ ਬਾਰੇ ਜਾਂ ਆਪਣੇ ਮੋਟਿਵਸ ਦੇ ਬਾਰੇ ਸੋਚਦੇ ਆ, ਉਵੇਂ ਹੀ ਉਹ ਐਕਟ ਕਰਦੇ ਆ, ਉਸ ਤੋਂ ਬਾਹਰ ਨਹੀਂ ਜਾਂਦੇ ਜਾਂ ਉਵੇਂ ਹੀ ਰਿਸਟ੍ਰਿਕਟਡ ਹੋ ਜਾਂਦੇ ਆ। ਇਜ਼ ਦੇਅਰ ਐਨੀ ਵੀ ਆ ਸਕਦਾ, ਇਜ਼ ਦੇਅਰ ਐਨੀ ਪਰਟੀਕੂਲਰ ਟਾਈਪ ਆਫ ਪਰਸਨ ਦੈਟ ਇਜ਼ ਸਪੈਸ਼ਲੀ, ਹਾਂ ਆ ਸਕਦਾ। ਬਟ ਤੁਸੀਂ ਕਿਉਂ ਹੀ ਚੇਂਜ ਕਰਨਾ, ਆਰਟੀਕਲ ਵੀ ਤਾਂ ਸਹੀ ਹੈ। B, all right. Act in accordance, ਇੱਕੋ preposition है which is in. Okay, बाकी आंसर दो जल्दी जल्दी, 1 or 2 answers more and I will reveal the answer. ठीक है, D आया आंसर, no error. Only English language, बाकी था गवर्नमेंट सेक्टर। इंग्लिश लैंग्वेज आई डोंट अंडरस्टैंड मनविंदर। लैंग्वेज तो थानू वैसे भी पढ़नी पऊगी एंड बाकी दा कोर्स भी पढ़ना पऊगा सीनियर असिस्टेंट ਲਈ। इन द प्लेस ते ऑन, अरे बाप रे क्या करते क्या हो आप लोग। इन अकॉर्डेंस विद ਹੁੰਦਾ ਹੈ, इन ਨੂੰ ਪਤਾ ਨਹੀਂ ਕਿਉਂ ਇਧਰੋਂ ਉਧਰ ਚੱਕ ਕੇ ਕਰੀ ਜਾਂਦੇ ਹੋ। आई थिंक जान के आई थिंक भी लिखता सही है। इन अकॉर्डेंस विद, प्रॉब्लम इज विद पार्ट सी ना कि बी। पक्का नहीं पता, कोई बात नहीं। एक्ट अपॉन, सोनिया फूल पत्ते सबके साथ आरती उतारूंगी मैं आपकी। आगे चलते हैं, क्वेश्चन नंबर 13। टीचर्स हैव अ लिमिटेड अमाउंट ऑफ टाइम दैट इंटरैक्ट विद ईच चाइल्ड। विद आऊगा मैम। ਟੀਚਰਸ ਕੋਲ ਲਿਮਿਟਿਡ ਟਾਈਮ ਹੁੰਦਾ ਹੈ ਤਾਂ ਕਿ ਉਹ ਬੱਚੇ ਨਾਲ ਗੱਲ ਕਰ ਸਕਣ, ਈਚ ਚਾਈਲਡ ਦੇ ਨਾਲ ਗੱਲ ਕਰ ਸਕਣ। बी, ऑल राइट। ठीक है क्विकली। अमाउंट ऑफ टाइम दैट इंटरैक्ट, ऑलरेडी साउंड ऑफ बहुत वियर्ड कर रहे हैं, बाकी तो रिविजन कर रहे हैं इंग्लिश का ही। मनविंदर पूरा कोर्स भी लै लूँगी ਤਾਂ ਵੀ ਉਨਾ ਹੀ ਲੱਗੇਗਾ ਐਂਡ ਪੂਰੀ ਇਕੱਲੀ ਇੱਕ ਲੈਂਗੁਏਜ ਸਿੱਖਣੀ ਹੈ ਤਾਂ ਵੀ ਉਨਾ ਕੀ ਰਹੂਗਾ। ਸੋ ਬੈਟਰ ਇਹ ਹੈ ਕਿ ਤੁਸੀਂ ਪ੍ਰੈਕਟਿਸ ਵੀ ਕਰੋ, ਸਿੱਖੋ ਵੀ ਤੇ ਇੰਗਲਿਸ਼ ਵੀ ਪੜ੍ਹੋ, ਹੈ ਨਾ। ਦੈਟਸ ਲਾਈਕ ਲੌਜੀਕਲ ਥਿੰਗ ਟੂ ਡੂ। ਟੂ ਇੰਟਰੈਕਟ, ਯੈਸ ਐਗਜ਼ੈਕਟਲੀ, ਦੈਟ ਦੀ ਜਗ੍ਹਾ 'ਤੇ ਟੂ ਆਉਣਾ ਚਾਹੀਦਾ ਹੈ। ਟੂ ਇੰਟਰੈਕਟ ਕੀ ਕਰਨ ਲਈ, ਇੰਟਰੈਕਟ ਕਰਨ ਲਈ, ਤਾਂ ਉਹ ਰੀਜ਼ਨ ਲਈ ਯੂਜ਼ ਹੁੰਦਾ ਹੈ ਜਾਂ ਪਰਪਸ ਲਈ ਯੂਜ਼ ਹੁੰਦਾ ਹੈ ਟੂ, ਜਾਂ ਫॉर ਵੀ ਯੂਜ਼ ਹੁੰਦਾ, ਬਟ ਇੱਥੇ ਫॉर ਇੰਟਰੈਕਟਿੰਗ ਹੁੰਦਾ ਤਾਂ ਸਹੀ ਹੋ ਜਾਂਦਾ।
बट इत्थे इंटरैक्ट लिखिया सी, तां आपां टू नाल इहनूं सही कर लिया। नेक्स्ट क्वेश्चन 14, sometimes it was necessary to shout on him to bring him back to reality। ਕਦੇ ਕਦੇ ਜ਼ਰੂਰੀ ਹੋ ਜਾਂਦਾ ਸੀ ਉਹਦੇ ਤੇ ਚਿल्लाना ਤਾਂ ਕਿ ਉਹਨੂੰ ਰਿਐਲਿਟੀ 'ਚ ਵਾਪਸ ਲੈ ਕੇ ਆਇਆ ਜਾ ਸਕੇ। बिल्कुल आरती तो उतारेंगे हम, टू इंटरैक्ट पे तो बिल्कुल उतारेंगे। सी, ओके, हिम बैक टू रियलिटी, टू है ਇਹਦੇ ਵਿੱਚ preposition एंड टू सही है, रियलिटी ते वापस लेके आने ਲਈ। डी, नो एरर, गए बेटा, गए आप तो गए। आंसर इज बी, shout at him, laugh at him, गुड एट, बैड एट, ਇਹ ਇੱਕ ਸਹੀ ਫਰੇਜ਼ਲ ਵਰਬ ਹੈ। ਤਾਂ ਸ਼ਾਊਟ ਐਟ ਹੋਣਾ ਚਾਹੀਦਾ ਸੀ, ਔਨ ਇੱਥੇ ਗਲਤ ਹੈ। ਠੀਕ ਹੈ, ਆਨਸਰ ਬੀ ਹੋਊਗਾ। ਤੁਹਾਡਾ ਕੋਡ ਕੀ ਸੀ, ਉਸ ਨਾਲ ਕਿਹੜਾ ਕੋਰਸ ਐਨਰੋਲ ਕਰਾਂ? ਦੇਖੋ, ਕਿਸੇ ਵੀ ਕੋਰਸ ਨੂੰ ਐਨਰੋਲ ਕਰੋਗੇ ਉੱਥੇ ਮੇਰਾ ਕੋਡ ਲਗਾ ਦਿਓ। ਮੇਰਾ ਕੋਡ ਹੈ ਮੇਰਾ ਨਾਮ ਵਿਚ ਇਜ਼ ਤਨਵੀ, ਐਂਡ ਉਸ ਦੇ ਬਿਲਕੁਲ ਨਾਲ ਬਿਨਾਂ ਸਪੇਸ ਦੇ 10 ਲਿਖਣਾ ਹੈ, ਐਂਡ दैट्स हाउ यू विल गेट 10% एक्स्ट्रा बेनिफिट। तो यह 10 ਤਾਂ ਹੀ ਲੱਗਿਆ ਹੈ क्योंकि समझ गए बस, ठीक है। सो एट आना सीगा, अब रोने का कोई फ़ायदा नहीं है। क्वेश्चन नंबर 15, when we entered in the room the teacher was yelling at some unfortunate students। ਜਦੋਂ ਅਸੀਂ रूम 'ਚ एंटर ਕੀਤਾ, हाँ बिना स्पेस दे सोनिया, एंड ਜਦੋਂ ਅਸੀਂ रूम 'ਚ एंटर ਕੀਤਾ टीचर यल कर रही सी, मतलब चिल्ला रही सी अनफॉर्चुनेट स्टूडेंट्स ते। नो आंसर येट। ओके मनविंदर, ठीक है, नो एरर आया। सी, ये तो पिछले क्वेश्चन वाली बात हो गई, अब की बार गलती नहीं करूँगा। एंटर्ड इन टू, ऑल राइट ऑल राइट, एट लिखा है, एट ही था ना सी, यल एट। फिर से गए, बहुत ही बुरे गए। इन ਜਿਹੜਾ ਹੈ ਨਾ ਇੱਥੇ ਸੁਪਰਫਲੂਅਸ ਹੈ ਪਹਿਲੀ ਗੱਲ। ਸੁਪਰਫਲੂਅਸ ਕਿਉਂ ਹੈ? ਕਿਉਂਕਿ ਜੇ ਤੁਸੀਂ ਕਦੇ ਵੀ ਇਹਦਾ ਧਿਆਨ ਰੱਖਿਓ, ਜੇ ਤੁਸੀਂ ਕਦੇ ਵੀ ਐਕਟਿਵ ਦੇ ਵਿੱਚ ਐਂਟਰ ਨੂੰ ਯੂਜ਼ ਕਰੋਗੇ, ਐਕਟਿਵ ਵੌਇਸ ਲਿਖੀ ਗਈ ਹੋਵੇ, ਹੈਲੋ ਅਮਨ ਤੁਸੀਂ ਬਸ 2 ਮਿੰਟ ਜਲਦੀ ਆਇਓ, ਕਲਾਸ ਖਤਮ ਹੋਣ ਵਾਲੀ ਹੈ, ਠੀਕ ਹੈ। ਐਕਟਿਵ ਵੌਇਸ ਦੇ ਵਿੱਚ ਅਗਰ ਤੁਸੀਂ ਐਂਟਰ ਵਾਲੀ ਵਰਬ ਨੂੰ ਯੂਜ਼ ਕਰਨਾ ਹੈ, ਉਸ ਟਾਈਮ ਦੇ ਉੱਤੇ ਤੁਸੀਂ ਐਂਟਰ ਦੇ ਨਾਲ ਕੋਈ ਵੀ ਪ੍ਰੈਪੋਜੀਸ਼ਨ ਨਹੀਂ ਲਗਾਓਗੇ, ਠੀਕ ਹੈ। when I entered the class, when she entered the class, ਤਾਂ ਇੱਥੇ in ਨਹੀਂ ਆਊਗਾ, ਆਂਸਰ ਇਜ਼ A, ਰਾਈਟ। ਸੋ ਬਸ ਇਤਨਾ ਹੀ था। ਹੁਣ ਆਪਾਂ ਜਲਦੀ ਜਲਦੀ ਕੁਇਕਲੀ ਆਂਸਰ ਕਰਾਂਗੇ ਵਨ ਵਰਡ ਸਬਸਟੀਟਿਊਸ਼ਨ। ਬਹੁਤ ਹੀ ਸਿੰਪਲ ਜੇ ਨੇ, ਪਰ ਇਹ ਪ੍ਰੀਵੀਅਸ ਈਅਰ ਕੁਐਸਚਨਸ ਨੇ, ਠੀਕ ਹੈ। ਸੋ ਨਾਲ ਨਾਲ ਤੁਸੀਂ ਆਂਸਰ ਕਰਨਾ ਹੈ। ਵੀ ਵਿਲ ਸਟਾਰਟ ਨਾਓ। ਕੁਐਸਚਨ ਨੰਬਰ 1 ਹੈ, ਅ ਸੀਟ ਫॉर ਅ ਪੈਸੇਂਜਰ ਔਨ ਅ ਬਾਈਸਾਈਕਲ ਔਰ ਮੋਟਰ ਬਾਈਕ, ਕੀ ਕਹਿੰਦੇ ਨੇ ਉਹਨੂੰ? ਜਿਹੜੀ ਸੀਟ ਹੁੰਦੀ ਹੈ ਪੈਸੇਂਜਰ ਦੇ ਲਈ, ਜਾਂ ਤਾਂ ਬਾਈਸਾਈਕਲ ਤੇ ਹੋਵੇ ਜਾਂ ਮੋਟਰ ਬਾਈਕ ਤੇ ਹੋਵੇ। ਯੈਸ ਅਮਨ। A seat for a passenger on a bicycle or motorbike। One, okay, okay,
कुशन। सोफे पे नहीं बिठा रहे हैं आप सोनिया उसको, कुशन नहीं है वो। पिलियन। यस यस, आंसर इज फर्स्ट वन। ठीक है, ਇਹ ਯਾਦ ਕਰਦੇ ਰਹੋ ਨਾਲ ਨਾਲ। ਆਪਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 21 ਤੇ ਆ, ਸੋ ਇਸ ਤੋਂ ਪਹਿਲਾਂ B ਹੋ ਚੁੱਕੇ ਨੇ ਪਿੱਛੇ ਵਾਲੀ ਸੀਟ। ਯੈਸ ਯੈਸ। ਕੁਐਸਚਨ ਨੰਬਰ 2, ਵਨ ਹੂ ਨੋਜ਼ एवरीथिंग। ਇਹ ਜਿਹਾ ਬੰਦਾ ਜਿਹਨੂੰ ਸਭ ਕੁਝ ਪਤਾ ਹੈ। बताओ कौन होता है वो? वन हु नोज एवरीथिंग। ओमनीसियंट, ओके। टू, ऑल राइट ऑल राइट। ठीक है जी। सो एक्सपीरियंस ਦਾ ਮਤਲਬ ਕੌਣ ਹੁੰਦਾ ਹੈ ਵੀ ਜਿਹੜਾ ਜਿਸਨੇ ਆਪਣੀ ਲਾਈਫ ਦੇ ਵਿੱਚ ਕੁਝ ਐਕਸਪੀਰੀਐਂਸਸ ਲਿੱਤੇ ਨੇ, ਹਜੇ ਉਹ ਗਲਤੀਆਂ ਵੀ ਕਰ ਸਕਦਾ ਹੈ ਓਬਵੀਅਸਲੀ। ਓਮਨੀਸੀਐਂਟ ਇਜ਼ ਦ ਕਰੈਕਟ ਵਰਡ। ਜਿਹੜਾ ਸਫਿਕਸ ਹੈ ਨਾ ਓਮਨੀ, ਇਹਦਾ ਮਤਲਬ ਹੁੰਦਾ ਹੈ ਹਰ ਇੱਕ ਜਗ੍ਹਾ ਜਾਂ ਹਰ ਇੱਕ ਚੀਜ਼ ਨੂੰ ਇਨਕਲੂਡ ਕਰਦੇ ਹੋਏ, राइट। सो ओमनी इज यूज्ड व्हेन यू आर इंक्लूडिंग एवरीथिंग। सब कुछ इकट्ठा लेके चल रहे हो, चाहे ओमनी प्रेजेंट है। ओमनी प्रेजेंट मतलब हर किते मौजूद। ओमनी वोरस है जेड़ा सब कुछ खांदा है। ओमनीसिएंट की हो गया जेड़ा सब कुछ जानता है। सो आंसर इज सेकंड वन। नहीं, मैं सीनियर असिस्टेंट की पोस्ट नहीं फिल की थी। ओमनी ठीक है। नहीं अमन, गलत सीगा। क्वेश्चन नंबर 23, अनफेयरली टेक समथिंग बिलोंगिंग टू अनदर फॉर वंस यूज। ओके, मतलब किसी तो कोई बिलोंगिंग छीन लेना या ले लेना अपने यूज के लिए, तो उन्होंने अनफेयरली अगर किया गया तो की होगा? अनफेयरली टेक समथिंग बिलोंगिंग टू अनदर फॉर वंस यूज। डैब करते हुए फिर तो ठीक है, आंसर दो जल्दी। आई डोंट नीड दिस मच डिले प्लीज। मिस एप्रीहेंड, ओके। 4, ओके। नो, रॉन्ग। इट इज डेफिनेटली रॉन्ग। ਇਹਦੀ स्पेलिंग भी गलत लिखी है थे। सो आंसर इज सी। मिस एप्रोप्रिएट होंदा है जो सही तरीका नहीं है। एप्रोप्रिएट दा ऑपोजिट है ओबवियसली ये। एंड दिस इज लाइक वेरी वेरी यूजफुल। सो अनफेयरली किसी तो कोई चीज़ ले लेना उन्होंने कहने मिस एप्रोप्रिएट। मिस एप्रीहेंड होंदा है जो आप कहना होवे कि गलत समझ लेना किसी चीज़ को, ठीक है, या समझा देना। क्वेश्चन नंबर 24, अ प्रॉब्लम दैट इज सो डिफिकल्ट दैट इट कैन नॉट बी आंसर्ड। ओके, इत्थे स्पेस है। एक प्रॉब्लम जो इन्नी डिफिकल्ट है कि उन्होंने तुसी आंसर नहीं कर सकते हो। कोई बात नहीं, मत रो। A problem that is so difficult that it cannot be answered. क्वेश्चन नहीं समझ आया? होना आया, होना आ गया ना? सेकंड, ओके। सेकंड इज इनसॉल्यूबल। इनसॉल्यूबल का मतलब होंदा जेड़ा घुल नहीं सकता। टेरेबल होंदा है जो बहुत ही एक्सट्रीम लेवल पे है। इम्पॉसिबल का मतलब होंदा है जो पॉसिबल नहीं है, जिहदी संभावना नहीं है होने दी। इनसॉल्यूबल ता घुलन हाँ, यस सोनिया। एक ही बच रहा है। देखो अगर आप बाकियों एलिमीनेट कर दिए तो आंसर इम्पॉसिबल ही बच रहा है। वैसे ਇਹਦਾ एग्जैक्ट आंसर ਹੁੰਦਾ इनसॉल्वेबल, जो सॉल्व नहीं हो पा रहा। ठीक है। क्वेश्चन नंबर 25, अ फिक्स्ड सम पेड एनुअली। एनुअली एक फिक्स्ड सम पे की जाती है, उन्होंने की कहते हैं? अ फिक्स्ड सम पेड एनुअली। टेरिबल नहीं आएगा।
ਬੋਨਸ ਨਹੀਂ ਨਹੀਂ, ਬੋਨਸ ਤਾਂ ਕਦੇ ਕਦੇ ਮਿਲਦਾ ਹੈ। ਥਰਡ ਐਨੂਇਟੀ, ਅਮਨ ਆਲਸੋ ਸੇਜ਼ ਐਨੂਇਟੀ, ਯੈਸ ਆਨਸਰ ਇਜ਼ ਐਨੂਇਟੀ। ਬੋਨਸ ਲਾਈਕ ਕਦੇ ਫੈਸਟੀਵਲਸ 'ਚ ਮਿਲ ਸਕਦਾ ਹੈ ਜਾਂ ਕੋਈ ਐਕਸਟਰਾ ਕੰਮ ਕਰਨ ਤੇ ਮਿਲ ਸਕਦਾ। ਔਨਰੇਰੀਅਮ ਹੁੰਦਾ ਜਦੋਂ ਕੋਈ ਇੱਕ ਅਪ੍ਰੈਂਟਿਸ ਹੈ, ਕੋਈ ਵੈਸੇ ਅਸਿਸਟੈਂਟ ਕੰਮ ਕਰ ਰਿਹਾ ਤਾਂ ਔਨਰੇਰੀਅਮ ਮਿਲਦਾ। ਐਲੀਮਨੀ ਇਹ ਇੱਕ ਲੀਗਲ ਟਾਈਮ ਤੇ ਮਿਲਦਾ ਹੁੰਦਾ ਜਦੋਂ ਸਪਾਊਸ ਨੂੰ ਅਗਰ ਦੇਣਾ ਪਵੇ, ਇੱਕ ਸਪਾਊਸ ਦੂਜੇ ਨੂੰ ਦਿੰਦਾ ਹੈ ਵੈਨ ਦੇ ਆਰ ਲਿਵਿੰਗ ਸੈਪਰੇਟਲੀ, ਤਾਂ ਉਹ ਕੋਰਟ ਉਹਨਾਂ ਨੂੰ ਕਹਿੰਦੀ ਹੈ ਕਿ ਤੁਹਾਨੂੰ ਇੱਕ ਦੂਜੇ ਨੂੰ ਐਲੀਮਨੀ ਦੇਣੀ ਪਊਗੀ। ਕੁਐਸਚਨ ਨੰਬਰ 26, ਅ ਪਰਸਨ ਹੂ ਟਰੈਵਲਸ ਔਨ ਫੁੱਟ। ਅਰੇ ਵਾਹ, ਪਹਿਲੇ ਹੀ ਆਨਸਰ ਆ ਗਿਆ ਏ। ਫਿਕਸਡ ਅਮਾਊਂਟ ਤਾਂ ਹੁੰਦੀ ਹੈ, ਪਰ ਇਹ ਹਰ ਸਾਲ ਨਹੀਂ ਦਿੱਤੀ ਜਾਂਦੀ, ਉਹ ਵੀ ਸਪੈਸ਼ਲੀ ਲਾਈਕ ਜਦੋਂ ਪਤਾ ਹੋਵੇ ਤਾਂ ਵੀ ਨਹੀਂ ਦਿੱਤੀ ਜਾਂਦੀ ਉਹ ਐਨੂਅਲੀ, ਠੀਕ ਹੈ। ਪਰ ਇਹ ਐਨੂਅਲੀ ਦਿੱਤੀ ਜਾਣ ਵਾਲੀ ਪੁੱਛ ਰਹੀ ਸੀ। ਪੈਡੈਸਟਰੀਅਨ ਆਨਸਰ ਆਇਆ, ਓਕੇ। ਸਪੈਲਿੰਗਸ ਵੀ ਆਣਗੇ ਸੋਨੀਆ, ਧਿਆਨ ਨਾਲ। ਅੱਛਾ ਮੇਰੀ ਹੀ ਗਲਤ ਹੈ, ਸੌਰੀ। IA। ਯੂ ਆਲਸੋ ਨੋ ਅ ਲੋਟ ਆਫ ਵਰਡਸ, ਤੁਹਾਨੂੰ ਵੀ ਬਹੁਤ ਸਾਰੇ ਵਰਡਸ ਪਤਾ ਹੈ, ਬਟ ਤੁਸੀਂ ਬਸ ਉਹਨੂੰ ਆਫਨ ਨਹੀਂ ਦੇਖਦੇ ਹੋ ਤਾਂ ਹੀ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਹਦਾ ਮਤਲਬ ਕੀ ਸੀ, ਜਾਂ ਤੁਹਾਨੂੰ ਰਿਕਾਲ ਨਹੀਂ ਕਰ ਪਾਉਂਦੇ ਹੋ, ਰਾਈਟ। ਸੋ ਵਰਡਸ ਜਿਹੜੇ ਪਹਿਲਾਂ ਨਿਕਲ ਚੁੱਕੇ ਹੁੰਦੇ ਆ ਉਹਨਾਂ ਨੂੰ ਯਾਦ ਕਰ ਲਿਆ ਕਰੋ, ਉਹਨਾਂ ਨੂੰ ਦੁਬਾਰਾ ਤੋਂ ਦੇਖ ਲਿਆ ਕਰੋ, ਇਹ ਸਭ ਯਾਦ ਹੋ ਜਾਏਗਾ। 26 ਦਾ ਪੈਡੈਸਟਰੀਅਨ ਆਇਆ, ਬਿਲकुल सही, एकदम बढ़िया। ਅੱਗੇ ਚੱਲਦੇ ਹਾਂ, ਕੁਐਸਚਨ ਨੰਬਰ 27, a style of cooking food characteristic of a particular country or region। ये तो बहुत 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 इजी। a style of cooking food characteristic of a particular country or region, बताओ। Quickly, we have only 2-3 questions left। ਕਰਵਾਉਣੀ ਪੜਤੀ ਹੈ ਵੋਕੈਬਲਰੀ। ਇਸ ਤੋਂ ਵੀ ਵਧੀਆ ਹੋ ਰਹੀ ਹੈ ਇਨਫੈਕਟ ਬੈਚਿਸ 'ਚ, ਠੀਕ ਹੈ। ਉੱਥੇ ਆਪਾਂ ਵਰਡ, ਉਹਦਾ ਸਿਨੋਨਿਮ, ਐਂਟੋਨਿਮ, ਯੂਜ਼, ਸੈਂਟੈਂਸ ਸਾਰਾ ਕੁਝ ਪੜ੍ਹਦੇ ਹਾਂ ਵਿਦ ਨਿਮੋਨਿਕਸ, ਮਤਲਬ ਯਾਦ ਵੀ ਕਰਨ ਦਾ ਤਰੀਕਾ ਸਿੱਖ ਸਕਦੇ ਹੋ। ਕੁਜ਼ੀਨ, ਯੈਸ ਐਗਜ਼ੈਕਟਲੀ, ਕੁਜ਼ੀਨ ਹੁੰਦਾ ਓਬਵੀਅਸਲੀ। ਤੁਸੀਂ ਕਿਸੇ ਜਗ੍ਹਾ ਤੇ ਨਵਾਂ ਜਾਂਦੇ ਹੋ, ਆਈ ਮੀਨ ਕਿਤੇ ਨਵੀਂ ਜਗ੍ਹਾ ਤੇ ਜਾਂਦੇ ਹੋ, ਯੂ ਗੈਟ ਟੂ ਐਕਸਪੀਰੀਅੰਸ ਔਰ ਯੂ ਗੈਟ ਟੂ ਟੇਸਟ ਕੁਜ਼ੀਨਸ ਆਫ दैट प्लेस, ठीक है। क्वेश्चन नंबर 28, अनेबल टू एक्सप्रेस फीलिंग्स क्लियरली। अनेबल टू एक्सप्रेस फीलिंग्स क्लियरली। हम्म ओके। यस कुजीन ये हुंदा। जल्दी जल्दी आंसर दो। ओके जी, आंसर ਇਹਦੇ ਵਿੱਚ ਅਗਰ ਮੈਂ ਐਲੀਮੀਨੇਟ ਕਰਾਂ ਫਿਰ ਤਾਂ ਆਂਸਰ ਕੁਝ ਮਿਲ ਰਿਹਾ, ਅਦਰਵਾਈਜ਼ ਐਗਜ਼ੈਕਟਲੀ ਨਹੀਂ ਲਿਖਿਆ ਗਿਆ। ਐਫਲੂਐਂਟ ਦਾ ਮਤਲਬ ਹੁੰਦਾ ਜਿਹਦੇ ਕੋਲ ਬਹੁਤ ਸਾਰਾ ਪੈਸਾ ਹੋਵੇ। ਇਲੋਕੁਐਂਟ ਆਈ ਥਿੰਕ ਨਹੀਂ ਹੈ, ਐਕਸਪੀਰੀਅੰਸ ਨਹੀਂ ਕਰਨਾ, ਸੌਰੀ ਫੀਲਿੰਗਸ ਨੂੰ ਐਕਸਪ੍ਰੈਸ ਨਹੀਂ ਕਰਨਾ ਨਹੀਂ ਹੁੰਦਾ ਇਹ। ਇਟ ਇਜ਼ ਲਾਈਕ ਜ਼ਿਆਦਾ ਬੋਲਣ ਵਾਲਾ ਪਰਸਨ। ਵਰਬੋਸ ਵੀ ਸੇਮ ਹੈ, ਜਿੰਨੇ ਵਰਡਸ ਦੀ ਰਿਕੁਆਇਰਮੈਂਟ ਉਸ ਤੋਂ ਵੱਧ ਬੋਲਣਾ। ਇੱਕੋ ਬਚ ਰਿਹਾ ਆਰਟੀਕੂਲੇਟ ਦਾ ਆਪੋਜ਼ਿਟ ਇਨਆਰਟੀਕੂਲੇਟ। ਆਰਟੀਕੂਲੇਟ ਹੁੰਦਾ ਜਦੋਂ ਵਰਡਸ ਨੂੰ ਐਕਸਪ੍ਰੈਸ ਕੀਤਾ ਜਾਂਦਾ, ਤਾਂ ਇਨ ਲਗਾ ਕੇ ਉਹਦਾ ਆਪੋਜ਼ਿਟ ਬੋਲਿਆ ਗਿਆ ਹੈ, ਠੀਕ ਹੈ। 29th, ਐਨ ਐਨੀਮਲ ਵਿਦ ਸਪਾਈਨਲ ਕॉर्ड। एक आंसर आया है
29th ਦਾ D vertebrate sense ਦੇ ਨਾਲ ਅੱਛਾ an animal with a spinal cord ਠੀਕ ਹੈ ਆਨਸਰ ਇਜ਼ ਡੈਫੀਨੇਟਲੀ ਵਰਟੀਬ੍ਰੇਟ ਇਹਦੇ ਵਿੱਚ ਐਂਫੀਬੀਅਨਸ ਵੀ ਆ ਜਾਂਦੇ ਨੇ ਪਰ ਇਹ ਇਹਦੇ ਟਾਈਪਸ ਬਣ ਜਾਂਦੇ ਅੱਗੇ ਇਹਨਾਂ ਦੇ ਗਰੁੱਪ ਨੂੰ ਵਰਟੀਬ੍ਰੇਟ ਹੀ ਕਿਹਾ ਜਾਂਦਾ ਹੈ ਕੁਐਸਚਨ ਨੰਬਰ 30 able to be happy successful etc again after something difficult or bad has happened ਹੈਪੀ ਜਾਂ ਸਕਸੈਸਫੁਲ ਹੋ ਜਾਣਾ ਉਸ ਤੋਂ ਬਾਅਦ ਜਦੋਂ ਤੁਸੀਂ ਡਿਫਿਕਲਟ ਜਾਂ ਬੈਡ ਸਿਚੁਏਸ਼ਨ ਚੋਂ ਨਿਕਲੇ ਹੋ able to be happy successful etc again after something difficult or bad has happened what is it 30 the D okay remnant all right ਨਹੀਂ ਨਹੀਂ ਆਨਸਰ ਇਜ਼ ਰੈਜ਼ਿਲੀਐਂਟ ਰੈਜ਼ਿਲੀਐਂਟ ਜੋ ਬਹੁਤ ਹੀ ਸਟਰੋਂਗ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਉਹਨੂੰ ਸਟਰੋਂਗ ਕਿਉਂ ਕਹਿ ਪਾ ਰਹੇ ਹਾਂ ਕਿਉਂਕਿ ਉਹ ਹੈਪੀ ਜਾਂ ਸਕਸੈਸਫੁਲ ਹੋ ਚੁੱਕਿਆ ਹੈ ਬੈਡ ਚੋਂ ਨਿਕਲ ਕੇ ਰੈਜ਼ਿਸਟੈਂਟ ਹੁੰਦਾ ਜੋ ਦੂਰ ਭੱਜ ਰਿਹਾ ਰਿਲਕਟੈਂਟ ਇਜ਼ ਆਲਸੋ ਦ ਸੇਮ ਨਹੀਂ 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 ਰੈਜ਼ਿਸਟੈਂਸ ਨਹੀਂ ਰੁਕਾਵਟ ਨਹੀਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਹੈਪੀ ਹੋ ਰਹੇ ਹੋ ਆਫਟਰ ਬੈਡ ਸਮਥਿੰਗ ਬੈਡ ਹੈਜ਼ ਹੈਪਨਡ ਠੀਕ ਹੈ ਓਕੇ ਗਾਇਜ਼ ਸੋ ਵੀ ਵਿਲ ਐਂਡ ਆਰ ਕਲਾਸ ਨਾਓ ਸੋ ਆਫਲਾਈਨ ਬੈਚਸ ਚੱਲ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਫਰੀਦਕੋਟ ਐਂਡ ਮੋਹਾਲੀ ਦੇ ਵਿੱਚ ਨੈਕਸਟ ਕਲਾਸ ਦੇ ਵਿੱਚ ਵਿਚ ਇਜ਼ ਔਨ ਟਿਊਜ਼ਡੇ ਐਂਡ ਇਹ ਕਲਾਸ ਡੈਫੀਨੇਟਲੀ 3 PM ਹੀ ਹੋਊਗੀ ਤੁਸੀਂ ਉਸ ਕਲਾਸ ਦੇ ਵਿੱਚ ਵਨ ਵਰਡ ਸਬਸਟੀਟਿਊਸ਼ਨ ਐਂਡ ਪ੍ਰੈਪੋਜੀਸ਼ਨ ਫਿਰ ਤੋਂ ਪ੍ਰੈਕਟਿਸ ਕਰੋਗੇ ਮੇਰੇ ਨਾਲ ਐਂਡ PYQs obviously ਉੱਥੇ ਹੋ ਰਹੇ ਹੋਣਗੇ ਸੋ ਮੇਕ ਸ਼ੋਰ ਦੈਟ ਯੂ ਆਰ ਲਾਈਵ ਦੇਅਰ we will end our class now have a good Christmas merry Christmas to everyone ਜਾਂ ਜੋ ਸਿੱਖੀਜ਼ਮ ਤੋਂ ਬਿਲੋਂਗ ਕਰਦੇ ਉਹਨਾਂ ਵਾਸਤੇ ਇਹ ਚੰਗਾ ਨਹੀਂ ਹੈ I know so bye bye everyone and we will meet 2 days after tomorrow